ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਕਥਾ ਕਰਾਂ, ਸਾਰੀ ਸੰਗਤ ਨੂੰ ਬੇਨਤੀ ਹੈ ਕਿ 14 ਜੂਨ ਦਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਵਸ ਹੈ, ਪਰ 13 ਤਰੀਕ ਦਾ ਐਤਵਾਰ ਹੈ। ਆਪਾਂ ਸਾਰੇ ਦਿਹਾੜੇ ਐਤਵਾਰ ਨੂੰ ਮਨਾਉਂਦੇ ਹਾਂ, ਇਸ ਲਈ ਸ਼ਹੀਦੀ ਦਿਹਾੜਾ ਆਪਾਂ 13 ਜੂਨ ਨੂੰ ਐਤਵਾਰ ਨੂੰ ਮਨਾਵਾਂਗੇ। ਇਸ ਸੰਬੰਧ 'ਚ ਕੱਲ੍ਹ ਨੂੰ 7 ਅਖੰਡ ਪਾਠ ਸ਼ੁਰੂ ਹੋ ਰਹੇ ਹਨ। ਸੋ ਸਾਰੇ ਪਾਠੀਆਂ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਾਠੀ ਗੁਰੂ ਪਿਆਰੇ ਉਹ ਵੇਲੇ ਸਿਰ ਆਪਣੀਆਂ ਆਪਣੀਆਂ ਡਿਊਟੀਆਂ 'ਤੇ ਆਉਣ। ਉਹ ਕਈ ਵਾਰੀ ਸਾਰੇ ਲੋਕ ਅਨਾਊਂਸਮੈਂਟ ਨਹੀਂ ਸੁਣਦੇ। ਅਸੀਂ ਵੈਸੇ ਰਿਟਰਨ ਤੌਰ 'ਤੇ ਮੋਬਾਈਲਾਂ 'ਚ ਭੇਜ ਦਿੰਦੇ ਹਾਂ, ਫਿਰ ਵੀ ਸਾਡਾ ਇੱਕ ਦੂਜੇ ਦਾ ਫਰਜ਼ ਬਣਦਾ ਹੈ ਕਿ ਆਪਣਾ ਦੂਜੇ ਸਾਥੀਆਂ ਨੂੰ ਦੱਸ ਦਈਏ ਕਿ ਭਾਈ ਕੱਲ੍ਹ ਨੂੰ ਸ਼ੁੱਕਰਵਾਰ ਹੈ, ਸ਼ੁੱਕਰਵਾਰ ਤੋਂ ਸਵੇਰੇ ਅਖੰਡ ਪਾਠ ਸ਼ੁਰੂ ਹੋ ਰਹੇ ਹਨ। ਐਤਵਾਰ ਨੂੰ ਅਖੰਡ ਪਾਠ ਦੇ ਭੋਗ ਪੈਣ ਤੋਂ ਬਾਅਦ ਅੱਧਾ ਘੰਟਾ ਕੀਰਤਨ ਹੋਵੇਗਾ, ਉਸ ਤੋਂ ਬਾਅਦ ਫਿਰ ਗੁਰੂ ਕਾ ਲੰਗਰ ਹੋਵੇਗਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਐਤਵਾਰ ਨੂੰ 8:30 ਵਜੇ ਤੱਕ ਸਾਰੇ ਹਾਜ਼ਰ ਰਹਿਣ। ਫਿਰ ਜਿਹੜਾ ਸਮਾਪਤੀ ਦੇ ਗੁਰੂ ਕਾ ਲੰਗਰ ਛਕ ਕੇ ਫਿਰ ਆਪਣੇ ਘਰਾਂ ਨੂੰ ਚੱਲੇ ਪਾਉਣ। ਸੋ ਹੁਣ ਕਥਾ ਵਾਰਤਾ ਸ਼ੁਰੂ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਨੰਬਰ 137 ਤੇ ਉੱਤੋਂ 2 4 6 7 8 8ਵੀਂ ਪੰਕਤੀ ਹੈ। ਉੱਪਰੋਂ 8ਵੀਂ ਪੰਕਤੀ ਲਿਖਿਆ ਹੈ ਨੰਬਰ 3। ਇਹ 3 ਨੰਬਰ ਤੋਂ ਬਾਅਦ ਹੈ। ਸਰਬ ਕਲਾਂ ਪ੍ਰਭ ਪੂਰਨੋ, ਕਲਾਂ ਲੱਲੇ ਨੂੰ ਕੰਨਾ ਬਿੰਦੇ। ਸਰਬ ਕਲਾਂ ਪ੍ਰਭ ਪੂਰਨੋ, ਮੰਝ ਨਿਮਾਣੀ ਥਾਉ। ਹਰ ਓਟ ਗਹੀ ਮਨ ਅੰਦਰੇ, ਜਪ ਜਪ ਜੀਵਾਂ ਨਾਉ। ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਉ। ਜਿਉਂ ਤੂੰ ਰਾਖੈਂ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਉ। ਦੂਜੀ ਜਾਏ ਨ ਸੁਝੇ, ਕਿੱਥੈ ਕੂਕਣ ਜਾਉ। ਅਗਿਆਨ ਬਿਨਾਸਨ ਤਮ ਹਰਨ, ਊਂਚੇ ਅਗੰਮ ਅਮਾਓ। ਇਹਨੂੰ ਅਮਾਓ ਨਹੀਂ ਪੜ੍ਹ ਦੇਣਾ, ਅਮਾਓ। ਮਨ ਵਿਛੜਿਆ ਹਰ ਮੇਲੀਏ, ਨਾਨਕ ਏ ਸੁਆਓ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ। ਸਸਨ ਪਿਆਰੀ ਬਿੰਦੇ, ਹਰ ਪਰਸੀ ਗੁਰ ਕੇ ਪਾਉ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਸਰਬ ਕਲਾਂ ਪ੍ਰਭ ਪੂਰਨ। ਪਰਮਾਤਮਾ ਸਾਰੀਆਂ ਸ਼ਕਤੀਆਂ ਨਾਲ, ਸਾਰੇ ਗੁਣਾਂ ਨਾਲ ਪੂਰਨ ਹੈ। ਅਸੀਂ ਅਧੂਰੇ ਹਾਂ, ਇਸ ਲਈ ਸਾਡਾ ਪਰਮਾਤਮਾ ਨਾਲ ਮੇਲ ਨਹੀਂ ਹੋ ਰਿਹਾ। ਜਿੱਦੇ ਸਾਡੇ ਅੰਦਰ ਵੀ ਰੱਬੀ ਗੁਣ ਪੈਦਾ ਹੋ ਜਾਣਗੇ, ਫਿਰ ਸਾਡਾ ਸੁਭਾਅ ਅਤੇ ਪਰਮਾਤਮਾ ਦਾ ਸੁਭਾਅ ਆਪਸ 'ਚ ਮਿਲ ਜਾਏਗਾ। ਅਤੇ ਜਦੋਂ ਦੋਨਾਂ ਦੇ ਸੁਭਾਅ ਮਿਲ ਗਏ ਤਾਂ ਆਪਸੀ ਮੇਲ ਹੋ ਜਾਏਗਾ। ਸਾਡਾ ਪਰਮਾਤਮਾ ਨਾਲ ਮੇਲ ਇਸ ਲਈ ਨਹੀਂ ਹੋ ਰਿਹਾ, ਇਹ ਨਹੀਂ ਕਿ ਅਸੀਂ ਪਾਠ ਨਹੀਂ ਕਰਦੇ ਜਾਂ ਅਸੀਂ ਸਿਮਰਨ ਨਹੀਂ ਕਰਦੇ, ਨਹੀਂ, ਅਸੀਂ ਆਪਣੇ ਸੁਭਾਅ ਨੂੰ ਨਹੀਂ ਬਦਲਦੇ। ਅਤੇ ਮੇਲ ਤੇ ਸੁਭਾਵਾਂ ਦਾ ਹੁੰਦਾ, ਸਰੀਰਾਂ ਦਾ ਨਹੀਂ ਹੋਇਆ ਕਰਦਾ। ਸਰੀਰ ਕੋਲ 2 ਬੈਠੇ ਹੋਣ ਦੇ ਬਾਵਜੂਦ ਵੀ ਆਪੇ ਸੁਭਾਅ ਨਹੀਂ ਮੇਲ ਖਾਂਦਾ। ਹੁਣ ਮੈਂ ਸਭ ਤੋਂ ਨਜ਼ਦੀਕ ਗੁਰੂ ਮਹਾਰਾਜ ਦੇ ਬੈਠਾ ਕਿ ਨਹੀਂ ਤਾਬੇ ਬੈਠਾ, ਤੁਸੀਂ ਤਾਂ ਫਿਰ ਕੋਈ ਦੂਰੀ 'ਤੇ ਬੈਠੇ ਹੋ। ਹੁਣ ਭਾਵੇਂ ਮੈਂ ਕੋਲ ਬੈਠਾ, ਇਹਦਾ ਇਹ ਨਹੀਂ ਮਤਲਬ ਕਿ ਮੈਨੂੰ ਰੱਬ ਪਹਿਲਾਂ ਮਿਲੇਗਾ ਤੁਹਾਨੂੰ ਬਾਅਦ 'ਚ ਮਿਲੇਗਾ। ਨਹੀਂ,
ਹੋ ਸਕਦਾ ਤੁਹਾਨੂੰ ਪਹਿਲਾਂ ਮਿਲ ਜੇ, ਤੁਸੀਂ ਆਪਣੇ ਅੰਦਰ ਰੱਬੀ ਗੁਣ ਪੈਦਾ ਕਰ ਲਵੋ ਅਤੇ ਮੈਂ ਸਿਰਫ ਕਥਾ ਵਾਰਤਾ ਹੀ ਕਰਦਾ ਰਹਿ ਜਾਵਾਂ। ਗਿਆਨ ਤਾਂ ਮੇਰੇ ਕੋਲ ਹੋ ਜੇ, ਪਰ ਜੇ ਮੈਂ ਆਪਣੇ ਸੁਭਾਅ ਨੂੰ ਪਰਮਾਤਮਾ ਦੇ ਸੁਭਾਅ ਅਨੁਸਾਰ ਨਹੀਂ ਕਰਦਾ, ਮੇਰਾ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ। ਇਸ ਲਈ ਕਹਿੰਦੇ ਸਰਬ ਕਲਾ ਪ੍ਰਭ ਪੂਰਨ, ਪਰਮਾਤਮਾ ਸਾਰੇ ਗੁਣਾਂ ਨਾਲ ਪੂਰਨ ਹੈ। ਮੰਝ ਨਿਮਾਣੀ ਥਾਂ, ਮੰਝ ਮਨ ਮੇਰਾ, ਮੇਰਾ ਨਿਮਾਣੀ ਦਾ ਹੈ ਪਰਮਾਤਮਾ, ਤੂੰ ਹੀ ਥਾਂ ਹੈ, ਤੂੰ ਹੀ ਓਟ ਆਸਰਾ ਹੈ, ਤੂੰ ਹੀ ਓਟ ਆਸਰਾ ਹੈ। ਮੰਝ ਮੇਰਾ ਨਿਮਾਣੀ, ਨਿਮਾਣੀ ਦਾ ਥਾਂ ਓਟ ਆਸਰਾ। ਹਰ ਓਟ ਗਹੀ ਮਨ ਅੰਦਰੇ, ਜਪ ਜਪ ਜੀਵਾਂ ਨਾਮ। ਮੈਂ ਆਪਣੇ ਮਨ ਵਿੱਚ, ਮਨ ਅੰਦਰੇ, ਮਨ ਵਿੱਚ ਹਰ ਓਟ ਗਹੀ, ਗਹੀ ਮੈਨੇ ਪਕੜੀ, ਮੈਂ ਆਪਣੇ ਮਨ ਵਿੱਚ ਪਰਮਾਤਮਾ ਦੀ ਓਟ ਪਕੜੀ ਹੈ, ਭਾਵ ਪਰਮਾਤਮਾ ਦਾ ਓਟ ਆਸਰਾ ਲਿਆ। ਜਪ ਜਪ ਜੀਵਾਂ ਨਾਮ, ਮੈਂ ਹੁਣ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦੀ ਹਾਂ ਜਾਂ ਜਿਉਂਦਾ ਹਾਂ। ਕਿਉਂਕਿ ਗੁਰਬਾਣੀ ਕਹਿੰਦੀ ਆਖਾਂ ਜੀਵਾਂ ਵਿਸਰੈ ਮਰ ਜਾਉ, ਪਰਮਾਤਮਾ ਦਾ ਨਾਮ ਜਪਨ ਹੀ ਜੀਵਨ ਹੈ। ਪਰਮਾਤਮਾ ਨੂੰ ਭੁੱਲਣਾ ਧਰਮ ਅਨੁਸਾਰ ਮੌਤ ਹੈ। ਧਰਮ ਕਹਿੰਦਾ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਬੰਦੇ ਨਹੀਂ ਤੁਰੇ ਫਿਰਦੇ, ਉਹ ਤਾਂ ਧਰਤੀ ਦੇ ਲੋਥਾਂ ਤੁਰੀਆਂ ਫਿਰਦੀਆਂ ਹਨ। ਉਹਨਾਂ ਨੂੰ ਬੰਦਾ ਗਿਣਿਆ ਹੀ ਨਹੀਂ ਗਿਆ ਧਰਮ ਨੇ। ਇਸ ਲਈ ਕਹਿੰਦੇ ਮੈਂ ਆਪਣੇ ਮਨ 'ਚ ਪਰਮਾਤਮਾ ਦਾ ਓਟ ਆਸਰਾ ਲਿਆ ਹੋਇਆ ਅਤੇ ਮੈਂ ਤਾਂ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦੀ ਹਾਂ। ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾ। ਜਨ ਹੁੰਦਾ ਜਿਹੜੇ ਪਰਮਾਤਮਾ ਦੇ ਭਗਤ ਨੇ। ਧੂੜੀ ਪਾਵਨ ਦੀ ਚਰਨ ਧੂੜ, ਸਮਾਉ ਮੈਨੇ ਸਮਾ ਜਾਵਾਂ, ਲੀਨ ਹੋ ਜਾਵਾਂ। ਹੇ ਪਰਮਾਤਮਾ ਆਪਣੀ ਮੇਰੇ 'ਤੇ ਕਿਰਪਾ ਕਰ, ਤਾਂ ਜੋ ਮੈਂ ਤੇਰੇ ਸਾਧੂਆਂ ਦੀ ਚਰਨ ਧੂੜੀ ਵਿੱਚ ਲੀਨ ਹੋ ਜਾਵਾਂ। ਭਾਵ ਮੈਂ ਨਿਮਰਤਾ ਸਹਿਤ ਤੇਰੇ ਸਾਧੂਆਂ ਦੀ ਸੰਗਤ ਕਰਾਂ। ਕਿਉਂਕਿ ਉਂਝਣੀ ਧੂੜੀ, ਪੁਰਾਣੇ ਜ਼ਮਾਨੇ 'ਚ ਸਾਧੂ ਪੈਦਲ ਚੱਲਦੇ ਸਨ, ਥੋੜ੍ਹੀ ਬਹੁਤੀ ਧੂੜ ਮਿੱਟੀ ਪੈਰਾਂ ਨੂੰ ਲੱਗ ਜਾਂਦੀ ਹੁੰਦੀ ਸੀ। ਹੁਣ ਤਾਂ ਕੋਈ ਪੈਦਲ ਹੀ ਨਹੀਂ ਚੱਲਦਾ ਅਤੇ ਚਰਨਾਂ ਨੂੰ ਧੂੜ ਜਾਂ ਮਿੱਟੀ ਕਿੱਥੋਂ ਲੱਗਣੀ। ਇਹ ਹੈ ਕਵਿਤਾ। ਕਵਿਤਾ ਦੇ ਸ਼ਬਦੀ ਅਰਥ ਹੋਰ ਹੁੰਦੇ ਨੇ, ਭਾਵ ਅਰਥ ਹੋਰ ਹੁੰਦੇ ਨੇ। ਕਵਿਤਾ ਦੇ ਸ਼ਬਦੀ ਅਰਥ ਤਾਂ ਆਹੀ ਨੇ ਵੀ ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਮੈਂ ਤੇਰੇ ਸਾਧੂਆਂ ਦੀ ਚਰਨ ਧੂੜ ਵਿੱਚ ਸਮਾ ਜਾਵਾਂ। ਪਰ ਭਾਵ ਕੀ ਹੈ ਕਿ ਤੇਰੇ ਸਾਧੂਆਂ ਦੀ ਨਿਮਰਤਾ ਸਹਿਤ ਸੰਗਤ ਕਰਾਂ, ਇਹ ਮੇਰੇ 'ਤੇ ਕਿਰਪਾ ਕਰ। ਜਿਉਂ ਤੂੰ ਰੱਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਂ। ਪਹਿਨਾ ਨੰਨੇ ਦੇ ਪੈਰ 'ਚ ਹਾ ਲਾ ਕੇ ਬੋਲਣਾ। ਜਿਉਂ ਤੂੰ ਰੱਖੇ, ਜਿਵੇਂ ਤੂੰ ਰੱਖਦਾ ਹੈ ਤਿਉਂ ਰਹਾਂ, ਮੈਂ ਤਾਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਆਪਣੀ ਮਰਜ਼ੀ ਛੱਡਦੀ ਨਾ। ਜਦੋਂ ਅਸੀਂ ਆਪਣੀ ਮਰਜ਼ੀ ਛੱਡ ਦਿਆਂਗੇ ਤਾਂ ਸਾਡੀ ਫਿਰ ਮਰਜ਼ੀ ਪਰਮਾਤਮਾ ਦੀ ਮਰਜ਼ੀ ਹੋ ਜਾਵੇਗੀ। ਜਿਉਂ ਤੂੰ ਰੱਖੇ ਤਿਉਂ ਰਹਾਂ, ਜਿਵੇਂ ਤੂੰ ਰੱਖਦਾ ਹੈ ਮੈਂ ਉਵੇਂ ਰਹਿੰਦਾ। ਤੇਰਾ ਦਿੱਤਾ ਪਹਿਨਾ ਖਾਂ, ਮੈਂ ਤੇਰਾ ਦਿੱਤਾ ਹੋਇਆ ਹੀ ਪਹਿਨਦਾ ਹਾਂ, ਮੈਂ ਤੇਰਾ ਦਿੱਤਾ ਹੋਇਆ ਖਾਂਦਾ ਹਾਂ। ਕਿਉਂ? ਹੁਣ ਮੈਂ ਛੱਡਤੀ ਹੈ। ਨਹੀਂ ਤੇ ਲੈ ਰੱਬ ਮੈਨੂੰ ਥੋੜ੍ਹੇ ਦਿੰਦਾ ਖਾਣ ਨੂੰ। ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਕਰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦਾ, ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਪਾਰ ਕਰਦਾ ਹਾਂ। ਮੈਂ ਸਵੇਰ ਤੋਂ ਲੈ ਕੇ ਸ਼ਾਮ ਰੱਬ ਦਾ ਕੰਮ ਕਰਨਾ, ਘਰ ਦਾ ਕੰਮ ਕਰਦੀ। ਰੱਬ ਮੈਨੂੰ ਥੋੜ੍ਹਾ ਦਿੰਦਾ। ਆਮ ਲੋਕ ਇਹੀ ਸਮਝਦੇ ਨੇ।
ਪਰ ਜਿਹਦੇ ਅੰਦਰ ਧਰਮ ਵਸ ਗਿਆ ਹੈ ਉਹਨੂੰ ਪਤਾ ਹੈ ਕਿ ਜੇ ਅਸੀਂ ਆਪਣੇ ਯਤਨ ਨਾਲ ਖਾ ਪੀ ਸਕਦੇ, ਪਹਿਨ ਸਕਦੇ, ਤਾਂ ਹਿੰਦੁਸਤਾਨ ਦੇ 18 ਕਰੋੜ ਲੋਕ ਰੋਜ਼ ਭੁੱਖੇ ਨਾ ਸੌਂਦੇ। ਇੱਕ ਦਾ ਨਹੀਂ, ਹਿੰਦੁਸਤਾਨ ਦੇ 18 ਕਰੋੜ ਲੋਕ ਐਸੇ ਨੇ ਜਿਨ੍ਹਾਂ ਨੂੰ ਰਾਤ ਨੂੰ ਖਾਣ ਨੂੰ ਰੋਟੀ ਹੀ ਨਹੀਂ ਮਿਲਦੀ, ਅਤੇ ਕਰੋੜਾਂ ਲੋਕ ਇਹ ਨੇ ਜਿਨ੍ਹਾਂ ਨੂੰ ਪਹਿਨਣ ਲਈ 3 ਕੱਪੜੇ ਹੀ ਨਹੀਂ ਮਿਲਦੇ। ਜੇ ਆਪਣੇ ਯਤਨ ਨਾਲ ਗੱਲ ਬਣ ਸਕਦੀ ਤਾਂ ਫਿਰ ਉਹ ਕਿਉਂ ਭੁੱਖੇ ਰਹਿੰਦੇ, ਕਿਉਂ ਨੰਗੇ ਰਹਿੰਦੇ, ਕਿਉਂ ਨਾ ਆਪਣੀ ਝੌਂਪੜੀ ਪਾ ਲੈਂਦੇ, ਕਿਉਂ ਸੜਕਾਂ ਦੇ ਕੰਢੇ ਸੌਂਦੇ, ਕਿਉਂ ਰੇਲ ਪਲੈਟਫਾਰਮਾਂ 'ਤੇ ਸੌਂਦੇ, ਕਿਉਂ ਪੁਲਾਂ ਦੇ ਹੇਠਾਂ ਸੌਂਦੇ, ਕਿਉਂ ਬੱਸ ਸਟੈਂਡ 'ਤੇ ਸੌਂਦੇ, ਆਪਣੀ ਝੌਂਪੜੀ ਨਾ ਪਾ ਲੈਂਦੇ। ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਦੇਖਣ ਨੂੰ ਤਾਂ ਹੀ ਲੱਗਦਾ ਤੁਸੀਂ ਵੀ ਘਰ ਪਾਇਆ, ਮੈਂ ਵੀ ਘਰ ਪਾਇਆ ਹੈ, ਆਪਾਂ ਨੇ ਆਪਣੀ ਤਨਖਾਹ 'ਚੋਂ ਕੁਛ ਪਾਇਆ, ਕੁਝ ਲੋਨ ਲਿਆ। ਜਿਹੜੇ ਬਹੁਤੇ ਅਮੀਰ ਨੇ ਚਲੋ ਉਹ ਆਪਣੇ ਸਾਰੇ ਦੇ ਸਾਰੇ ਪੈਸੇ ਆਪਣੇ ਕੋਲ ਵੀ ਲੈਂਦੇ ਨੇ। ਦੇਖਣ ਨੂੰ ਤਾਂ ਹੀ ਲੱਗਦਾ ਅਸੀਂ ਘਰ ਪਾਇਆ ਆਪਣਾ, ਪਰ ਨਹੀਂ। ਤਾਂ ਧਰਮ ਕਹਿੰਦਾ ਇਹ ਤਾਂ ਉਹਦਾ ਦਿੱਤਾ ਹੋਇਆ ਅਸੀਂ ਖਾ ਰਹੇ ਹਾਂ, ਉਹਦਾ ਦਿੱਤਾ ਹੋਇਆ ਹੀ ਅਸੀਂ ਪਹਿਨ ਰਹੇ ਹਾਂ। ਇਸ ਲਈ ਕਹਿੰਦੇ ਹੇ ਪਰਮਾਤਮਾ, ਜਿਵੇਂ ਤੂੰ ਮੈਨੂੰ ਰੱਖਦਾ ਮੈਂ ਤਾਂ ਉਵੇਂ ਰਹਿੰਦਾ ਹਾਂ, ਤੇਰਾ ਦਿੱਤਾ ਹੋਈ ਪਹਿਨਦਾ ਹਾਂ, ਤੇਰਾ ਦਿੱਤਾ ਹੋਇਆ ਹੀ ਖਾਂਦਾ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਉ। ਹੇ ਪਰਮਾਤਮਾ, ਮੇਰੇ ਤੋਂ ਉਹ ਉਦਮ ਕਰਾ ਜਿਸ ਉਦਮ ਦੇ ਨਾਲ ਮੈਂ ਗੁਰੂ ਨਾਲ ਮਿਲ ਕੇ, ਮਿਲ ਸਾਧੂ, ਗੁਰੂ ਨਾਲ ਮਿਲ ਕੇ ਗੁਣ ਗਾਉਂ, ਤੇਰੇ ਗੁਣ ਗਾ ਸਕਾਂ। ਉਦਮ ਤਾਂ ਅਸੀਂ ਹੋਰ ਬੜੇ ਕੰਮਾਂ ਲਈ ਕਰਦੇ ਹਾਂ, ਸੰਸਾਰਕ ਕੰਮਾਂ ਲਈ ਅਸੀਂ ਬਹੁਤ ਉਦਮ ਕਰਦੇ ਹਾਂ, ਪਰ ਨਾਮ ਜਪਣ ਲਈ ਅਸੀਂ ਉਦਮ ਨਹੀਂ ਕਰਦੇ। ਉਦੋਂ ਬਹਾਨੇ ਬਣਾਉਣੇ ਆ, ਮੈਂ ਜੀ ਲੇਟ ਸੁੱਤਾ ਸੀ, ਮੈਨੂੰ ਸਵੇਰੇ ਜਾਗ ਨਹੀਂ ਆਈ ਜੀ, ਮੈਨੂੰ ਜਾਗ ਆਈ, ਮੇਰਾ ਸਰੀਰ ਸੁੱਤ ਸੀ, ਮੈਂ ਅਲਾਰਮ ਬੰਦ ਕਰਤਾ ਜੀ, ਇਹ ਹੈ ਉਹ ਜੀ। ਪਰ ਜੇ ਉਹ ਕਾਰਖਾਨੇ 'ਚ ਨੌਕਰੀ ਕਰਦੇ ਨੇ, ਕਾਰਖਾਨੇ 'ਚ 8-8 ਘੰਟੇ ਬਾਅਦ ਡਿਊਟੀ ਬਦਲਦੀ ਰਹਿੰਦੀ ਹੈ। ਹੁਣ ਤਾਂ ਸਰਕਾਰ ਨੇ ਕਾਨੂੰਨ ਬਣਾਤੇ ਕਿ ਤੁਸੀਂ ਕਰਮਚਾਰੀ ਤੋਂ 12 ਘੰਟੇ ਕੰਮ ਲੈ ਸਕਦੇ ਹੋ। ਕਾਰਖਾਨੇ ਨਾਲ ਤਾਂ ਮੌਜ ਹੋ ਗਈ। ਕਿੱਥੇ ਉਹਨਾਂ 3 ਬੰਦੇ ਰੱਖਣ ਸਨ 8 ਘੰਟਿਆਂ ਲਈ, ਹੁਣ ਉਹ 2 ਹੀ ਰੱਖਣਗੇ। ਯਾਦ ਰੱਖੋ, ਜਿੱਥੇ ਵੀ ਪ੍ਰਾਈਵੇਟ ਸਿਸਟਮ ਹੋਵੇਗਾ ਉੱਥੇ ਹੀ ਲੁੱਟ ਖਸੁੱਟ ਹੋਵੇਗੀ, ਉੱਥੇ ਹੀ ਗਰੀਬੀ ਵਧੇਗੀ। ਅਮੀਰ ਹੋਰ ਅਮੀਰ ਹੋ ਜਾਣਗੇ, ਗਰੀਬ ਹੋਰ ਗਰੀਬ ਹੋ ਜਾਣਗੇ। ਆਪਾਂ ਬੜੇ ਫਖਰ ਨਾਲ ਕਹਿੰਦੇ ਹਾਂ ਬਾਹਰਲੇ ਦੇਸ਼ਾਂ ਦੇ ਲੋਕ ਸਾਰੇ ਕੰਮ ਕਰਦੇ ਨੇ, ਘਰ ਦੇ ਸਾਰੇ ਜੀਅ ਕੰਮ ਕਰਦੇ ਨੇ, ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀਆਂ ਤਨਖਾਹਾਂ ਥੋੜ੍ਹੀਆਂ ਨੇ। ਇੱਕ ਬੰਦੇ ਦੀ ਤਨਖਾਹ ਨਾਲ ਸਾਰੇ ਟੱਬਰ ਦਾ ਗੁਜ਼ਾਰਾ ਨਹੀਂ ਹੁੰਦਾ। ਇਹ ਤਾਂ ਹਿੰਦੁਸਤਾਨ ਹੈ, ਇੱਕ ਜੀਅ ਕਮਾ ਰਹੇ 4 ਖਾ ਰਹੇ ਨੇ, ਬਾਹਰ ਇੱਕ ਜੀਅ ਕਮਾਉਂਦਾ ਇੱਕੋ ਹੀ ਖਾਂਦਾ। ਕਿਉਂ? ਤਨਖਾਹਾਂ ਥੋੜ੍ਹੀਆਂ ਨੇ, ਗੁਜ਼ਾਰਾ ਨਹੀਂ ਹੁੰਦਾ। ਮਜਬੂਰੀ 'ਚ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਇਹ ਨਾ ਸਮਝੋ ਕਿ ਕੋਈ ਵਡਿਆਈ ਹੈ ਜੀ ਉੱਥੇ ਸਾਰੇ ਕੰਮ ਕਰਦੇ ਨੇ। ਸਾਰਿਆਂ ਦੇ ਕੰਮ ਕੀਤੇ ਬਿਨਾਂ ਸਰਦਾ ਹੀ ਨਹੀਂ, ਕਿਉਂਕਿ ਉੱਥੇ ਪ੍ਰਾਈਵੇਟ ਸਾਰਾ ਸਿਸਟਮ ਹੈ। ਜਿੱਥੇ ਵੀ ਪ੍ਰਾਈਵੇਟ ਸਿਸਟਮ ਹੋਵੇਗਾ ਉੱਥੇ ਇਹੀ ਹੋਏਗਾ। ਅਤੇ ਹੁਣ ਸਾਰੇ ਸੰਸਾਰ 'ਚ ਪ੍ਰਾਈਵੇਟ ਹੋ ਰਿਹਾ ਹੈ, ਧੜਾ ਧੜ। ਹਿੰਦੁਸਤਾਨ ਵਿੱਚ ਵੀ ਹੋ ਰਿਹਾ ਹੈ। ਇਸੇ ਸਾਨੂੰ ਮਾਨਸਿਕ ਤੌਰ 'ਤੇ ਪਹਿਲਾਂ ਹੀ ਤਿਆਰ ਰਹਿਣਾ ਚਾਹੀਦਾ ਹੈ ਵੀ ਸਰਕਾਰੀ ਨੌਕਰੀ ਪਰ ਮਿਲਣੀ ਕਿ ਨਹੀਂ ਮਿਲਣੀ, ਜਿਹੜੀ ਪ੍ਰਾਈਵੇਟ ਮਿਲਦੀ ਉਹੀ ਕਰ ਲਓ ਭਾਈ। ਮਾਨਸਿਕ ਤਾਂ ਤਿਆਰ ਰਹਿਣਾ, ਇਹ ਤਾਂ ਜਾ ਕੇ ਗੱਲ ਬਣੇਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਇਸ ਲਈ ਕਹਿੰਦੇ ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਉ। ਇਹ ਪ੍ਰਭ ਮੇਰੇ ਤੋਂ ਉਹੀ ਉਦਮ ਕਰਾ
ਜਿਸ ਦੇ ਨਾਲ ਮੈਂ ਗੁਰੂ ਜਾਂ ਸਾਧੂ ਨਾਲ ਮਿਲ ਕੇ ਤੇਰੇ ਗੁਣ ਗਾ ਸਕਾਂ। ਬਾਕੀ ਉੱਦਮ ਤੇ ਅਸੀਂ ਕਰਦੇ ਹਾਂ। ਹੁਣ ਇੱਕ ਦੀ ਡਿਊਟੀ ਹੈ ਕਾਰਖਾਨੇ 'ਚ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਜਾਂਦਾ ਭੱਜਿਆ, ਉਦੋਂ ਨਹੀਂ ਕਹਿੰਦਾ ਜੀ ਮੇਰੇ ਤੋਂ 4 ਵਜੇ ਉੱਠ ਨਹੀਂ ਹੁੰਦਾ ਜੀ। ਉਦੋਂ 12 ਵਜੇ ਜਾ ਰਿਹਾ ਡਿਊਟੀ 'ਤੇ, ਹੋ ਸਕਦਾ 11 ਵਜੇ ਘਰੋਂ ਚੱਲਿਆ ਹੋਵੇ ਅਤੇ 12 ਵਜੇ ਜਾ ਕੇ ਡਿਊਟੀ 'ਤੇ ਪਹੁੰਚੇ, 8 ਵਜੇ ਉੱਥੋਂ ਤੁਰਿਆ 9 ਵਜੇ ਘਰ ਪਹੁੰਚੇ। ਜਾਗਦਾ ਰਹਿੰਦਾ ਕਿ ਨਹੀਂ? ਇਹ ਮਾਇਆ ਦੀ ਖਾਤਰ ਤਾਂ ਮਨੁੱਖ ਸਾਲਾਂ ਬੱਧੀ ਜਾਗ ਸਕਦਾ ਹੈ, ਪਰ ਇਹ ਬਾਣੀ ਨਾਮ ਲਈ ਇਹ ਜਾਗਣ ਨੂੰ ਤਿਆਰ ਨਹੀਂ ਹੈ। ਜੇ ਕੋਸ਼ਿਸ਼ ਵੀ ਵਿਚਾਰਾ ਕਰਦਾ ਹੈ ਤਾਂ ਮਗਰਲੇ ਸੰਸਕਾਰ ਐਸੇ ਨੇ, ਉਹ ਰੁਚੀ ਨਹੀਂ ਪੈਦਾ ਹੋਣ ਦਿੰਦੇ, ਉਹਨੂੰ ਕੋਈ ਸਵਾਦ ਨਹੀਂ ਆਉਂਦਾ, ਨੀਂਦ ਆਉਂਦੀ ਹੈ, ਵਾਸੀਆਂ ਆਉਂਦੀਆਂ, ਅਤੇ ਫਿਰ ਉਹ ਕਥਾ ਸੁਣ ਲੈਂਦਾ। ਵੀ ਜੇ ਤੁਹਾਡਾ ਮਨ ਹੀ ਸਾਵਧਾਨ ਨਹੀਂ ਤਾਂ ਤੁਹਾਡਾ ਕੀਤਾ ਕਰਾਇਆ ਐਵੇਂ ਹੈ। ਉਹ ਕਹੇ ਜਦੋਂ ਨੀਂਦ ਆਉਂਦੀ ਹੈ, ਸਰੀਰ ਸੁਸਤ ਹੁੰਦਾ ਹੈ, ਅਵਾਸੀ, ਫਿਰ ਪਾਠ ਕਰਨ ਦਾ ਕਿਆ ਫਾਇਦਾ ਹੈ? ਉਹ ਛੱਡ ਪੈਂਦਾ। ਅਤੇ ਮਨ ਤਾਂ ਇਹੀ ਚਾਹੁੰਦਾ, ਮਨ ਇਹੀ ਚਾਹੁੰਦਾ। ਉਹਨੂੰ ਪਤਾ ਵੀ ਜੇ ਭਜਨ ਬੰਦਗੀ ਕਰਨ ਲੱਗਿਆ ਮੈਨੂੰ ਆਪਣਾ ਗੁਲਾਮ ਬਣਾ ਲਏਗਾ, ਅਤੇ ਕੋਈ ਦੂਜੇ ਦਾ ਗੁਲਾਮ ਹੋਣ ਨੂੰ ਤਿਆਰ ਨਹੀਂ। ਅਸੀਂ ਆਪਣੀ ਖੁਸ਼ੀ ਨਾਲ ਗੁਲਾਮ ਨਹੀਂ ਸੀ ਹੋਏ, ਤਗੜਿਆਂ ਨੇ ਸਾਨੂੰ ਕਰ ਲਿਆ, ਸਾਡੇ ਦੇਸ਼ ਨੂੰ ਗੁਲਾਮ। ਇੱਕ ਤਾਂ ਗੁਲਾਮ ਹੁੰਦਾ, ਉਹਨੂੰ ਤਾਂ ਉਮੀਦ ਹੁੰਦਾ ਆਜ਼ਾਦ ਹੋ ਜਾਣ ਦੀ ਕਦੇ ਨਾ ਕਦੇ। ਇੱਕ ਮੁੱਲ ਖਰੀਦਿਆ ਹੁੰਦਾ। ਪੁਰਾਣੇ ਜ਼ਮਾਨੇ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ, ਮੰਡੀਆਂ ਲੱਗਦਿਆਂ ਕਰਦੀਆਂ ਸੀ ਬੰਦਿਆਂ ਦੀਆਂ, ਜਨਾਨੀਆਂ ਦੀ, ਬੱਚਿਆਂ ਦੀ, ਅਤੇ ਵਿਕਰੀ ਹੁੰਦੀ ਸੀ। ਜੇ ਪਸ਼ੂਆਂ ਦੀ ਬੋਲੀ ਲੱਗਦੀ ਹੈ, ਇਸ ਤਰ੍ਹਾਂ ਬੋਲੀ ਲੱਗਦੀ ਸੀ। ਉਹ ਤਾਂ ਜਿਹੜਾ ਪਹਿਲਾ ਰਾਸ਼ਟਰਪਤੀ ਸੀ ਅਮਰੀਕਾ ਦਾ, ਉਹਨੇ ਫਿਰ ਇਹ ਸਾਰਾ ਸਿਸਟਮ ਖਤਮ ਕੀਤਾ। ਵੀ ਇਹ ਕੀ ਗੱਲ ਹੈ? ਤੁਸੀਂ ਬੰਦਿਆਂ ਦੀ ਮੰਡੀਆਂ ਲੈਣ, ਤੁਸੀਂ ਬੰਦਿਆਂ ਨੂੰ ਵੇਚਦੇ। ਅਬਰਾਹਮ ਲਿੰਕਨ, ਉਹਨੇ ਇਹ ਗੁਲਾਮੀ ਸਿਸਟਮ ਖਤਮ ਕੀਤਾ ਸੀ। ਉਹ ਉਹਦਾ ਖਰੀਦ ਲੈਣਾ। ਜਿਹੜਾ ਬੰਦਾ ਖਰੀਦਿਆ ਗਿਆ ਹੈ ਉਹਦੀ ਮਰਜ਼ੀ ਕੋਈ ਨਹੀਂ ਰਹਿੰਦੀ, ਗੱਲ ਖਤਮ ਹੋ ਗਈ। ਜਿਵੇਂ ਹੁਣ ਭਾਰਤ ਸਰਕਾਰ ਨੂੰ ਅਮੀਰਾਂ ਨੇ ਖਰੀਦ ਲਿਆ ਹੈ, ਬਸ ਇਹਨਾਂ ਦੀ ਕੋਈ ਮਰਜ਼ੀ ਨਹੀਂ ਰਹੇਗੀ, ਗੱਲ ਖਤਮ ਹੋ ਗਈ। ਇਹ ਖਰੀਦੇ ਗਏ ਨੇ। ਜੇ ਗੁਲਾਮ ਹੁੰਦੇ ਤਾਂ ਰੌਲਾ ਪਾ ਕੇ ਆਜ਼ਾਦ ਹੋ ਜਾਂਦੀ, ਅਤੇ ਸਰਕਾਰ ਹੀ ਗੁਲਾਮ ਹੋ ਗਈ ਹੈ, ਅਤੇ ਸਾਡਾ ਕੀ ਵਟੀ ਦਾ। ਇਸ ਲਈ ਜਿਹੜਾ ਥੋੜ੍ਹਾ ਬਹੁਤਾ ਭਜਨ ਬੰਦਗੀ ਹੁੰਦੀ ਕਰ ਲਓ ਭਾਈ, ਅਤੇ ਨਹੀਂ ਤਾਂ ਤਿਆਰ ਰਹੋ, ਅਮੀਰਾਂ ਦੇ ਗੁਲਾਮ ਹੋਣ ਲਈ ਤਿਆਰ ਹੋ ਜਾਓ। ਸੋ ਇਸ ਲਈ ਨਾਮ ਜਪਣ ਲਈ ਵੀ ਉੱਦਮ ਕਰਨਾ। ਇਹਦੇ ਉੱਦਮ ਕਰਨਾ ਪੈਂਦਾ। ਤਾਂ ਇਹ ਸਿੱਖ ਨੂੰ ਹੁਕਮ ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰਨਾ ਸੀ, ਆਲਸੀ ਨਹੀਂ ਬਣਨਾ, ਯਤਨਸ਼ੀਲ ਜ਼ਿੰਦਗੀ 'ਚ ਰਹਿਣਾ ਹੈ। ਮੈਂ ਜੇ ਰਿਟਾਇਰ ਹੋ ਗਏ ਉਹਨੂੰ ਵੀ ਬੇਨਤੀ ਕਰਦਾ ਹੁਣ, ਘਰ ਮਤ ਬੈਠੋ, ਫਿਰ ਵੀ ਕੋਈ ਨਾ ਕੋਈ ਕੰਮ ਕਰਦੇ ਰਹੋ ਜਿੰਨਾ ਚਿਰ ਤੁਹਾਡਾ ਸਰੀਰ ਆਗਿਆ ਦਿੰਦਾ ਹੈ। ਕਿਉਂਕਿ ਜੇ ਤੁਸੀਂ ਕੰਮ ਕਰੋਗੇ ਤੁਸੀਂ ਐਕਟਿਵ ਰਹੋਗੇ। ਜੇ ਤੁਸੀਂ ਛੱਡ ਬੈਠੇ ਬਹੁਤ ਛੇਤੀ ਬੁੱਢੇ ਹੋ ਜਾਓਗੇ ਅਤੇ ਸੁਸਤ ਹੋ ਜਾਓਗੇ। ਇਸ ਲਈ ਗੁਰੂ ਮਹਾਰਾਜ, ਹੇ ਪ੍ਰਮਾਤਮਾ, ਮੇਰੇ ਤੋਂ ਉਹ ਉੱਦਮ ਕਰਾ ਕਿ ਮੈਂ ਸਾਧੂ ਨਾਲ ਰਲ ਕੇ, ਗੁਰੂ ਨਾਲ ਰਲ ਕੇ ਤੇਰੇ ਗੁਣ ਗਾ ਸਕਾਂ। ਦੂਜੀ ਜਾਏ ਨਾ ਸੁਝੀ, ਕਿੱਥੇ ਕੂਕਣ ਜਾਉ, ਜਾਏ ਹੁੰਦੀ ਥਾਂ। ਹੇ ਪ੍ਰਮਾਤਮਾ, ਤੇਰੇ ਤੋਂ ਬਿਨਾਂ ਤਾਂ ਮੈਨੂੰ ਹੋਰ ਕੋਈ ਦੂਜੀ ਥਾਂ ਹੀ ਨਹੀਂ ਸੁਝਦੀ ਜਿੱਥੇ ਜਾ ਕੇ ਮੈਂ ਕੂਕ ਪੁਕਾਰ ਕਰਾਂ, ਆਪਣਾ ਦੁੱਖ ਦੱਸਾਂ, ਆਪਣਾ ਜਾ ਕੇ ਦੁੱਖ ਦੱਸਾਂ ਕਿ ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਥਾਂ ਹੀ ਨਹੀਂ ਲੱਭਦੀ ਹੈ। ਅਗਿਆਨ ਬਿਨਾਸਨ ਤਮ ਹਰਨ। ਉਹ ਮੈਨੂੰ ਯਾਦ ਆ ਗਿਆ, ਇੱਕ ਰਾਜਾ ਸੀ ਅਤੇ ਉਹਦਾ ਪੁੱਤਰ ਕੋਈ ਨਹੀਂ ਸੀ। ਜੋਤਸ਼ੀਆਂ ਨੇ ਕਿਹਾ ਵੀ ਰਾਜਾ ਨੂੰ, ਤੂੰ ਕਿਸੇ ਦੇ ਪੁੱਤਰ ਦੀ ਦੇਵੀ ਦੇ ਅੱਗੇ ਬਲੀ ਦੇ ਤਾਂ ਤੇਰੇ ਘਰ ਪੁੱਤਰ ਹੋ ਸਕਦਾ ਹੈ। ਰਾਜੇ ਨੇ ਢੰਡੋਰਾ ਪਿੜਤਾ ਵੀ ਮੈਨੂੰ ਇੱਕ ਪੁੱਤਰ ਚਾਹੀਦਾ ਹੈ, ਜੇ ਕਿਸੇ ਵੇਚਣਾ ਹੋਵੇ ਮੂੰਹ ਮੰਗੇ ਪੈਸੇ ਮਿਲਣਗੇ।
ਇੱਕ ਗਰੀਬ ਪਰਿਵਾਰ ਸੀ, ਉਹਨਾਂ ਸੋਚਿਆ ਆਪਣਾ ਮੁੰਡਾ ਰਾਜੇ ਨੂੰ ਵੇਚ ਦਿਓ। ਲਓ ਜੀ, ਉਹ ਲੈਣ ਲੜਕੇ ਨੂੰ ਆਪਣੇ ਕੋਲ ਵੀ ਅਸੀਂ ਤੁਹਾਨੂੰ ਲੜਕਾ ਵੇਚਣਾ ਜੀ। ਰਾਜੇ ਨੇ ਜਿੰਨੇ ਪੈਸੇ ਮੰਗੇ ਉਹ ਖਰੀਦ ਲਿਆ ਹੈ। ਅਗਲੇ ਦਿਨ ਦੇਵੀ ਦੇ ਮੰਦਰ 'ਚ ਉਹਦੀ ਬਲੀ ਦੇਣੀ ਹੈ। ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੱਲ੍ਹ ਨੂੰ ਫਲਾਣੇ ਦੇ ਪੁੱਤਰ ਦੀ ਬਲੀ ਦੇਣੀ ਹੈ ਰਾਜੇ ਨੇ, ਤਾਂ ਜੋ ਰਾਜੇ ਦੇ ਘਰ ਪੁੱਤਰ ਹੋਵੇ। ਉਹ ਸਾਰੇ ਲੋਕ ਮੰਦਰ ਦੇ ਆਲੇ ਦੁਆਲੇ ਇਕੱਠੇ ਹੋ ਕੇ ਵੀ ਦੇਖਦੇ ਆ ਵੀ ਚਲੋ ਜੀ, ਲੜਕੇ ਨੂੰ ਲੈਣ ਦਾ ਰਾਜਾ ਆ ਗਿਆ, ਰਾਣੀ ਆ ਗਈ ਹੈ, ਜਿਹੜੇ ਨੇ ਮੰਤਰੀ ਆ ਗਏ ਨੇ, ਹੋਰ ਅਫਸਰ ਆ ਗਏ ਨੇ, ਲੋਕ ਆ ਰਹੇ ਵੀ ਚਲੋ ਦੇਖਦੇ ਆ ਵੀ। ਜਦ ਸਾਰੀ ਤਿਆਰੀ ਹੋ ਗਈ ਬਲੀ ਦੇਣ ਦੀ, ਲੜਕੇ ਨੂੰ ਕਹਿੰਦੇ ਕਾਕਾ ਤੇਰੀ ਕੋਈ ਆਖਰੀ ਇੱਛਾ ਹੈ? ਕਹਿੰਦੇ ਹਾਂ ਜੀ ਹੈ, ਬਸ ਮੈਨੂੰ 2 ਮਿੰਟ ਦਾ ਟਾਈਮ ਦੇ ਦਿਓ। ਉਹਨਾਂ ਸੋਚਿਆ ਕਿਸੇ ਦੇਵੀ ਦੇਵਤੇ ਨੂੰ ਧਿਆਉਣਾ ਹੋਣਾ। ਉਹਨੇ ਮਿੱਟੀ ਦੀਆਂ 4 ਢੇਰੀਆਂ ਬਣਾ ਲਈਆਂ, ਸਾਰੇ ਵੇਖੀ ਜਾਂਦੇ ਨੇ। ਉਹਨੇ ਪਹਿਲੀ ਢੇਰੀ ਢਾਤੀ, ਫਿਰ ਕੁਝ ਸਮੇਂ ਬਾਅਦ ਦੂਜੀ ਢੇਰੀ ਢਾਤੀ, ਕੁਝ ਸਮੇਂ ਬਾਅਦ ਤੀਜੀ ਢੇਰੀ ਢਾਤੀ, ਚੌਥੀ ਢੇਰੀ ਰਹਿਣ ਦਿੱਤੀ। ਰਾਜਾ ਕਹਿੰਦਾ ਵੀ ਕਾਕਾ ਇਹ ਤੂੰ ਕੀ ਕੀਤਾ, ਸਾਨੂੰ ਸਮਝ ਨਹੀਂ ਆਈ। ਕਹਿੰਦੇ ਰਾਜਨ, 4 ਬੰਦਿਆਂ ਤੋਂ ਉਮੀਦ ਹੁੰਦੀ ਹੈ ਦੁੱਖ 'ਚ ਸਹਾਇਤਾ ਕਰਨਗੇ। ਪਹਿਲੇ ਮਾਂ ਪਿਓ, ਅਗਰ ਉਹ ਸਹਾਇਤਾ ਨਾ ਕਰ ਸਕਣ, ਫਿਰ ਰਾਜ ਤੇ ਉਮੀਦ ਹੁੰਦੀ ਹੈ, ਉਹ ਵੀ ਸਹਾਇਤਾ ਨਾ ਕਰੇ, ਫਿਰ ਕਿਸੇ ਦੇਵੀ ਦੇਵਤੇ ਦੀ ਵੀ ਉਮੀਦ ਹੁੰਦੀ ਹੈ। ਜੇ ਉਹ ਵੀ ਸਹਾਇਤਾ ਨਾ ਕਰੇ ਤਾਂ ਅਖੀਰ ਨੂੰ ਪਰਮਾਤਮਾ 'ਤੇ ਇਹੀ ਉਮੀਦ ਹੁੰਦੀ ਹੈ। ਕਹਿੰਦੇ ਮੈਂ ਪਹਿਲੀ ਢੇਰੀ ਮਾਂ ਪਿਓ ਦੀ ਬਣਾਈ ਸੀ, ਢਾਹ ਮੈਂ ਇਸ ਲਈ ਦਿੱਤੀ ਕਿ ਮੇਰੇ ਮਾਂ ਪਿਓ ਨੇ ਮੈਨੂੰ ਵੇਚ ਹੀ ਦਿੱਤਾ, ਇਹਨਾਂ ਮੇਰੀ ਕੀ ਸਹਾਇਤਾ ਕਰਨੀ। ਦੂਜੀ ਢੇਰੀ ਮੈਂ ਇਸ ਲਈ ਢਾਈ ਕਿ ਹੇ ਰਾਜਾ ਤੂੰ ਤਾਂ ਮੈਨੂੰ ਖਰੀਦ ਹੀ ਲਿਆ, ਤੂੰ ਮੇਰੀ ਕੀ ਸਹਾਇਤਾ ਕਰੇਗਾ। ਤੀਜੀ ਢੇਰੀ ਮੈਂ ਤਾਂ ਢਾਈ ਕਿ ਦੇਵੀ ਤਾਂ ਮੈਨੂੰ ਉਮੀਦ ਸੀ ਬਚਣ ਦੀ, ਇਹਦੇ ਅੱਗੇ ਤਾਂ ਤੁਸੀਂ ਮੇਰੀ ਬਲੀ ਦੇਣ ਲੱਗੇ ਹੋ। ਹੁਣ ਮੈਨੂੰ ਸਿਰ ਤੇ ਸਿਰ ਪਰਮਾਤਮਾ ਦੀ ਉਮੀਦ ਰਹਿ ਗਈ ਹੈ। ਰਾਜੇ ਨੇ ਸੋਚਿਆ ਵੀ ਇੰਨਾ ਸਿਆਣਾ ਮੁੰਡਾ, ਇਹਨੂੰ ਕਿਉਂ ਮਾਰਨਾ, ਇਹਨੇ ਪੁੱਤਰ ਬਣਾ ਲਓ। ਅਤੇ ਉਹਨੇ ਅਨਾਊਂਸਮੈਂਟ ਕਰਤਾ ਵੀ ਅੱਜ ਤੋਂ ਇਹ ਜਿਹੜਾ ਲੜਕਾ ਮੇਰਾ ਪੁੱਤਰ ਹੋਇਆ। ਲਓ ਜੀ, ਰਾਜਕੁਮਾਰ ਹੋ ਗਿਆ, ਬੱਤ ਬਣ ਗਈ। ਸੋ ਤਾਂ ਗੁਰੂ ਮਹਾਰਾਜ ਹੇ ਪਰਮਾਤਮਾ ਤੇਰੇ ਤੋਂ ਬਿਨਾਂ ਤਾਂ ਮੇਰੀ ਹੈ ਹੀ ਨਹੀਂ ਕੋਈ ਥਾਂ ਜਿਹਦੇ ਅੱਗੇ ਜਾ ਕੇ ਮੈਂ ਦੁੱਖ ਦੱਸਾਂ। ਮੈਂ ਤਾਂ ਆਪਣਾ ਦੁੱਖ ਤੇਰੇ ਅੱਗੇ ਕੂਕ ਪੁਕਾਰ ਕਰਨੀ ਹੈ। ਅਗਿਆਨ ਵਿਨਾਸ਼ਨ ਤਮ ਹਰਨ, ਉੱਚੇ ਅਗੰਮ ਅਮਾਓ। ਉੱਚਾ ਪੰਜਾਬੀ ਦਾ ਸ਼ਬਦ ਹੈ, ਉੱਚਾ ਹਿੰਦੀ ਦਾ ਸ਼ਬਦ ਹੈ। ਜਦੋਂ ਊੜੇ ਨੂੰ ਦਲੈਂਕ ਲੱਗੇ ਹੁਣ ਫਿਰ ਹਿੰਦੀ ਦਾ ਹੁੰਦਾ, ਅਤੇ ਹਿੰਦੀ 'ਚ ਉੱਚਾ ਨਹੀਂ ਹੁੰਦਾ, ਹਿੰਦੀ 'ਚ ਉੱਚਾ ਹੁੰਦਾ ਹੈ। ਅਗਿਆਨ ਵਿਨਾਸ਼ਨ ਤਮ ਹਰਨ, ਉੱਚੇ ਅਗੰਮ ਅਮਾਓ। ਅਮਾਓ ਹੁੰਦਾ ਅਮਾਪ, ਜਿਹਨੂੰ ਮਾਪਿਆ ਨਾ ਜਾ ਸਕੇ, ਪਾ ਬੇਅੰਤ। ਪਰਮਾਤਮਾ ਜਿਹੜਾ ਹੈ ਅਗਿਆਨ ਵਿਨਾਸ਼ਨ, ਇਹ ਅਗਿਆਨਤਾ ਦਾ ਨਾਸ਼ ਕਰਨ ਵਾਲਾ ਹੈ। ਕਿਉਂਕਿ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਕਿੰਨੇ ਵੀ ਤੁਸੀਂ ਅਗਿਆਨੀ ਕਿਉਂ ਨਾ ਹੋ, ਕੁਝ ਸਾਲਾਂ ਬਾਅਦ ਤੁਸੀਂ ਸਿਆਣੇ ਹੋਣੇ ਸ਼ੁਰੂ ਹੋ ਜਾਓਗੇ। ਅਤੇ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਿੱਦੇ ਤੁਹਾਨੂੰ ਪ੍ਰਾਪਤ ਹੋ ਗਿਆ ਤੁਸੀਂ ਸਭ ਤੋਂ ਵੱਧ ਸੰਸਾਰ ਸਿਆਣੇ ਹੋ ਜਾਓਗੇ। ਤੁਹਾਡੇ ਬਰਾਬਰ ਦਾ ਕੋਈ PhD ਵੀ ਨਹੀਂ ਹੋਏਗਾ, ਚਾਹੇ ਭਾਵੇਂ ਤੁਸੀਂ ਅਨਪੜ੍ਹ ਹੋ। ਪਰਮਾਤਮਾ ਦੇ ਨਾਮ 'ਚ ਇੰਨੀ ਸਿਆਣਪ ਹੈ, ਇੰਨੀ ਤੁਸੀਂ ਨਾਮ ਜਪੀ ਜਾਓ, ਇਹ ਤੁਹਾਨੂੰ ਸਿਆਣੇ ਕਰਦੇ। ਪਰਮਾਤਮਾ ਦੇ ਨਾਮ ਨੇ, ਬਾਣੀ ਨੇ ਸਾਡੀ ਸੋਚ ਨੂੰ ਉੱਚੀਆਂ ਕਰਨਾ ਹੈ। ਬਸ ਜਿਉਂ ਸੋਚ ਉੱਚੀ ਹੋਏਗੀ ਅਸੀਂ ਬੁਰਾਈਆਂ ਛੱਡਦੇ ਜਾਣਾ, ਗੱਲ ਖਤਮ ਹੋਵੇਗੀ, ਅਤੇ ਇੱਕ ਦਿਨ ਫਿਰ ਰੱਬ ਰੂਪ ਅਸੀਂ ਹੋ ਜਾਣਾ ਹੈ। ਬ੍ਰਹਮ ਗਿਆਨੀ ਜਦੋਂ ਬੰਦਾ ਹੋ ਜਾਂਦਾ ਨਾ, ਉਹਨੂੰ ਕਿਸੇ ਹੋਰ ਗਿਆਨ ਦੀ ਲੋੜ ਹੀ ਨਹੀਂ ਰਹਿੰਦੀ। ਉਹਨੂੰ ਕੋਈ ਕਿਤਾਬ ਪੜ੍ਹਨ ਦੀ ਲੋੜ, ਕੋਈ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ, ਨਾਮਦੇਵ ਵਰਗੇ ਨੇ, ਕਬੀਰ ਸਾਹਿਬ ਵਰਗੇ ਨੇ, ਸੈਣ ਨਾਈ ਵਰਗੇ, ਧੰਨਾ ਭਗਤ ਵਰਗੇ ਕਿਹੜੇ ਗ੍ਰੰਥ ਪੜ੍ਹੇ ਜੀ।
ਅੰਦਰੋਂ ਹੀ ਗਿਆਨ ਫੁੱਟ ਪਿਆ ਹੈ। ਇਹ ਤਾਂ ਵਿਚਾਰੇ ਅਨਪੜ੍ਹ ਸਨ, ਧੰਨਾ ਭਗਤ ਤੋਂ ਬਿਨਾਂ ਬਾਕੀ ਦੇ ਇਹਨਾਂ ਨੂੰ ਮੰਦਰ 'ਚ ਹੀ ਨਹੀਂ ਸੀ ਵੜ ਦਿੰਦਾ। ਅਤੇ ਉਹਦਾ ਸਾਰੀ ਵਿੱਦਿਆ ਹਿੰਦੂ ਧਰਮ ਦੇ ਵਿੱਚ ਮੰਦਰਾਂ 'ਚ ਹੁੰਦੀ ਸੀ। ਮੁਸਲਮਾਨ ਮਸੀਹ 'ਚ ਪੜ੍ਹਾਉਂਦੇ ਸਨ, ਇਹ ਮੰਦਰਾਂ ਪੜ੍ਹਾਉਂਦੇ। ਸਿੱਖ ਤਾਂ ਉਦੋਂ ਹੈ ਨਹੀਂ ਸਨ। ਜਿਨ੍ਹਾਂ ਨੂੰ ਮੰਦਰ 'ਚ ਹੀ ਨਹੀਂ ਵੜਨ ਦੇਣਾ, ਉਹਨਾਂ ਨੂੰ ਪੜ੍ਹਾਉਣਾ ਕਿੰਨੇ ਹੈ? ਅਤੇ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਲੋਕਾਂ ਨੇ ਬਾਣੀ ਲਿਖੀ, ਬੰਦੇ ਅਨਪੜ੍ਹ ਨੇ, ਕ ਖ ਗ ਨਹੀਂ ਪੜ੍ਹਿਆ ਹੈਗਾ। ਜਦੋਂ ਬ੍ਰਹਮ ਗਿਆਨੀ ਹੋਏ ਨਾ, ਕਿੰਨਾ ਗਿਆਨ ਹੈ। ਐਮ ਏ ਵਰਗੇ ਵਿਚਾਰੇ ਟੀਕੇ ਪੜ੍ਹ ਪੁੜ ਕੇ ਅਰਥ ਕਰਦੇ ਥੋੜ੍ਹੇ ਜਿਹੇ, ਐਸੀ ਬਾਣੀ ਲਿਖਤੀ ਉਹਨਾਂ ਨੇ। ਇਹ ਪੈਂਦੇ, ਇਹ ਬ੍ਰਹਮ ਗਿਆਨ ਦੇ ਵਿੱਚ ਸਭ ਪ੍ਰਕਾਰ ਦਾ ਗਿਆਨ ਹੁੰਦਾ ਹੈ। ਗੁਰੂ ਨਾਨਕ ਦੇ ਬ੍ਰਹਮ ਗਿਆਨੀ ਤਾਂ ਇਹਨੇ ਲੱਖਾਂ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ, ਸੱਤ ਸੁੱਤ ਕੋਈ ਨਹੀਂ ਹੈਗਾ। ਇਹ 14 ਨਹੀਂ ਹੈ, ਇਹ ਲੱਖਾਂ ਹੀ ਨੇ। ਅਸੀਂ ਤਾਂ ਰੱਟੇ ਲਾ ਕੇ ਪੜ੍ਹੇ ਹੋਏ ਹਾਂ। ਸਾਨੂੰ ਬਾਣੀ ਪੜ੍ਹਨੀ ਆਉਂਦੀ ਹੈ, ਬਾਣੀ ਦੇ ਅਰਥ ਆਉਂਦੇ, ਬਾਣੀ ਗਾਉਣੀ ਆਉਂਦੀ ਹੈ। ਪਰ ਜੋ ਬਾਣੀ ਦੇ ਵਿੱਚ ਬ੍ਰਹਮ ਗਿਆਨ ਹੈ, ਉਹ ਸਾਡੇ ਅੰਦਰ ਜੇ ਬ੍ਰਹਮ ਗਿਆਨ ਪੈਦਾ ਨਹੀਂ ਹੋਇਆ। ਜਿਸ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਗਿਆ, ਉਹ ਕੋਈ ਵੀ ਗ੍ਰੰਥ ਨਾ ਪੜ੍ਹੇ, ਉਹ ਜਦੋਂ ਬੋਲੇਗਾ ਤੁਹਾਨੂੰ ਇਹ ਲੱਗੇ ਬਾਣੀ ਹੀ ਬੋਲ ਰਿਹਾ ਹੈ। ਇਹ ਬਾਣੀ ਦੀ ਹੀ ਗੱਲ ਕਰ ਰਿਹਾ ਹੈ। ਬੜੇ ਸਾਲ ਪਹਿਲਾਂ ਸਾਡੀ ਕਲੋਨੀ ਦੇ ਵਿੱਚ ਰਮਾਇਣ ਦਾ ਕਿਸੇ ਨੇ ਅਖੰਡ ਪਾਠ ਰਖਾਇਆ। ਅਖੀਰਲਾ ਘੰਟਾ ਉਸ ਬੀਬੀ ਨੇ, ਉਹ ਮਿਸਿਸ ਦੀ ਸਹੇਲੀ ਰਹੀ ਸੀ, ਅਤੇ ਉਹ ਇੱਥੇ ਕਥਾ ਕਰਨ ਆ ਗਈ। ਅਖੀਰਲਾ ਘੰਟਾ 'ਚ ਭੋਗ ਪੈਂਦਾ ਹੈ, ਜਿਵੇਂ ਆਪਾਂ ਨਵੇਂ ਪਾਤਸ਼ਾਹ ਸ਼ਲੋਕ ਪੜ੍ਹਦੇ ਹਾਂ, ਉਹ ਉਹਦੇ ਰਾਮਾਇਣ ਦੇ ਅਰਥ ਕਰ ਰਹੀ ਹੈ। ਮੈਂ ਬੈਠਾ, ਮੈਂ ਵੇਲੇ ਸਿਰ ਹੀ ਚਲਿਆ ਗਿਆ। ਮਿਸਿਸ ਵੀ ਆ ਕੇ ਵੀ ਚਲੋ ਉਹਨਾਂ ਦੀ ਸਹੇਲੀ ਕਥਾ ਕਰਦੀ ਹੈ, ਉਹਨਾਂ ਸਾਨੂੰ ਸੱਦਿਆ ਸੀ, ਅਸੀਂ ਚਲੇ ਗਏ। ਮੈਨੂੰ ਐਂ ਲੱਗੇ ਇਹ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਅਰਥ ਕਰ ਰਹੀ ਹੈ, ਇਹ ਰਾਮਾਇਣ ਦੇ ਨਹੀਂ ਕਰ ਰਹੀ, ਇਹ ਤਾਂ ਨਵੇਂ ਪਾਤਸ਼ਾਹ ਸ਼ਲੋਕਾਂ ਦੇ ਅਰਥ ਕਰ ਰਹੇ ਨੇ। ਕਿਉਂ? ਉਹ ਰਾਮਾਇਣ ਲਿਖਣ ਵਾਲੇ ਜਿਹੜੇ ਸਨ, ਸਵਾਮੀ ਨਹੀਂ ਤੁਲਸੀਦਾਸ ਜੀ, ਉਹ ਤਾਂ ਸੰਸਕ੍ਰਿਤ 'ਚ ਨਤਰ ਰਾਮਾਇਣ ਲਿਖੀ, ਤੁਲਸੀਦਾਸ ਨੇ ਹਿੰਦੀ 'ਚ ਲਿਖੀ। ਬਈ ਇਹਦਾ ਮਤਲਬ ਵਿਚਾਰ ਮਿਲਦੇ ਨੇ, ਵਿਚਾਰ ਮਿਲਦੇ ਨੇ। ਇਹ ਸੰਸਾਰ ਜਿੰਨੇ ਬ੍ਰਹਮ ਗਿਆਨੀ ਸਭ ਦੇ ਵਿਚਾਰ ਆਪਸ 'ਚ ਮਿਲਦੇ ਨੇ, ਸਿਰਫ ਜ਼ਬਾਨਾਂ ਅੱਡ ਅੱਡ ਹੁੰਦੀਆਂ। ਕੋਈ ਹਿੰਦੀ 'ਚ ਗੱਲ ਕਹੇ, ਪੰਜਾਬੀ 'ਚ, ਕੋਈ ਬੰਗਾਲੀ 'ਚ, ਕੋਈ ਕਾਸੇ 'ਚ, ਕੋਈ ਕਾਸੇ 'ਚ ਕਰ ਰਿਹਾ ਹੈ। ਇਸ ਲਈ ਪਰਮਾਤਮਾ ਅਗਿਆਨਤਾ ਦਾ ਨਾਸ਼ ਕਰਨ ਵਾਲਾ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਜੋ ਤੁਹਾਡੇ ਅੰਦਰ ਅਗਿਆਨਤਾ ਹੈ ਉਹ ਖਤਮ ਹੋ ਜਾਏਗੀ। ਤਾਮ ਹਰਨ, ਅਗਿਆਨਤਾ ਕਾਰਨ ਸਾਡੇ ਅੰਦਰ ਹਨੇਰਾ ਹੈ, ਹਨੇਰਾ ਖਤਮ ਹੋ ਜਾਏਗਾ। ਕਿਉਂ? ਅੰਦਰ ਗਿਆਨ ਦਾ ਚਾਨਣ ਹੋ ਗਿਆ। ਅਗਿਆਨਤਾ ਨੂੰ ਧਰਮ 'ਚ ਹਨੇਰਾ ਕਿਹਾ ਹੈ, ਗਿਆਨ ਨੂੰ ਚਾਨਣ ਕਿਹਾ ਗਿਆ ਹੈ। ਹਨੇਰੇ 'ਚ ਕੰਮ ਕਰਨਾ ਹਮੇਸ਼ਾ ਹੀ ਔਖਾ ਹੁੰਦਾ, ਚਾਨਣ 'ਚ ਕੰਮ ਕਰਨਾ ਸੌਖਾ ਹੁੰਦਾ। ਇਸ ਲਈ ਜਿਹੜਾ ਗਿਆਨਵਾਨ ਹੁੰਦਾ ਉਹ ਸਹੀ ਕੰਮ ਕਰਦਾ, ਜਿਹੜਾ ਅਗਿਆਨੀ ਹੁੰਦਾ ਉਹ ਗਲਤ ਕੰਮ ਕਰਦਾ, ਕਿਉਂਕਿ ਹਨੇਰੇ 'ਚ ਹਮੇਸ਼ਾ ਗਲਤ ਕੰਮ ਹੀ ਕੀਤੇ ਜਾਂਦੇ। ਸ਼ੁਭ ਕੰਮ ਕਰਨ ਲਈ ਚਾਨਣ ਚਾਹੀਦਾ ਹੁੰਦਾ, ਜਿੰਨਾ ਮਾੜੇ ਕੰਮ ਕਰਨ ਉਹਨਾਂ ਨੂੰ ਹਨੇਰਾ ਚਾਹੀਦਾ। ਚੋਰ ਚਾਨਣੀ ਰਾਤ 'ਚ ਘੱਟ ਹੁੰਦੇ ਚੋਰੀਆਂ ਕਰਨ, ਹਨੇਰੀ ਰਾਤ ਜ਼ਿਆਦਾ ਆਉਂਦੇ ਵੀ ਅਸੀਂ ਦਿਸ ਨਾ ਜਾਈਏ ਕਿਸੇ ਨੂੰ। ਇਸ ਲਈ ਪਰਮਾਤਮਾ ਜਿਹੜਾ ਹੈ ਅਗਿਆਨਤਾ ਨੂੰ ਨਾਸ਼ ਕਰਨ ਵਾਲਾ ਹੈ, ਹਨੇਰੇ ਨੂੰ ਦੂਰ ਕਰਨ ਵਾਲਾ ਹੈ। ਉੱਚੇ ਅਗੰਮ ਅਮਾਓ, ਇਹ ਬਹੁਤ ਉੱਚਾ ਹੈ। ਉੱਚੇ ਤੋਂ ਮਤਲਬ ਕੋਈ ਇਹ ਨਹੀਂ ਕਿ 50-100 ਫੁੱਟ ਉੱਚਾ ਜਾਂ 10-20 ਮੀਲ ਉੱਚਾ ਹੈ, ਪਰ ਬਹੁਤ ਸਭ ਤੋਂ ਵੱਧ ਮਹਾਨ ਹੈ, ਅਗੰਮ ਹੈ। ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਗਮ ਨਹੀਂ ਪੜ੍ਹ ਦੇਣਾ, ਅਗੰਮ। ਗੰਮ ਦਾ ਵਿਰੋਧੀ ਸ਼ਬਦ ਹੈ, ਆੜਾ ਲੱਗਿਆ ਇਸ ਵਿੱਚ। ਗੰਮ ਹੁੰਦਾ ਪਹੁੰਚਣਾ, ਅਗੰਮ ਹੁੰਦਾ ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਪਰਮਾਤਮਾ ਅਗੰਮ ਹੈ। ਅਮਾਓ, ਪਰਮਾਤਮਾ ਨੂੰ ਮਿਣਿਆ ਨਹੀਂ ਜਾ ਸਕਦਾ, ਉਹ ਅਮਿਤ ਹੈ, ਉਹ ਬੇਅੰਤ ਹੈ। ਮਨ ਵਿਛੜਿਆ ਹਰ ਮੇਲੀਏ, ਨਾਨਕ ਇਹ ਸੁਆਵ। ਇਹਨੂੰ ਇਹੋ ਨਹੀਂ ਪੜ੍ਹਨਾ। ਜਿੱਥੇ ਇਹੋ ਹੋਏਗਾ ਨਾ ਗੁਰਬਾਣੀ, ਉੱਥੇ ਹਾਹੇ ਨੂੰ ਹੋੜਾ ਲੱਗਾ ਹੁੰਦਾ। ਸੁਆਵ ਜਿਹੜਾ ਸ਼ਬਦ ਹੈ, ਉਦੇਸ਼, ਮਨੋਰਥ,
ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ ਮਨੋਰਥ। ਹੁਣ ਇਸ ਤੋਂ ਜਿਹੜਾ ਪਹਿਲਾ ਸ਼ਬਦ ਲੱਗੇਗਾ ਉਹ ਵੀ ਪੁਲਿੰਗ ਹੋਵੇਗਾ ਅਤੇ ਇੱਕ ਵਚਨ ਹੋਵੇਗਾ। ਜਿਵੇਂ ਹੀ ਇਜ਼ ਏ ਬॉय, ਇੰਗਲਿਸ਼ ਕਹਿੰਦੇ ਨੇ ਬॉय ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਕਰਕੇ ਉਹ ਤੋਂ ਪੁਲਿੰਗ ਲੱਗਾ ਹੀ ਵੀ ਇੱਕ ਵਚਨ ਹੈ, ਪੁਲਿੰਗ ਹੈ। ਵਿਆਕਰਨ ਸਾਰੀਆਂ ਜ਼ਬਾਨਾਂ ਦੀ ਇੱਕੋ ਹੀ ਹੁੰਦੀ ਹੈ, ਬਸ ਉਹ ਲਿਖਤੀ ਰੂਪ ਅੱਡ ਹੁੰਦਾ। ਵਿਆਕਰਨ ਇੱਕੋ ਹੀ ਹੁੰਦੀ ਸਭ ਦੀ। ਜੇ ਕਰਤਾ ਇੱਕ ਵਚਨ ਹੈ ਤਾਂ ਕਿਰਿਆ ਵੀ ਇੱਕ ਵਚਨ, ਜੇ ਕਰਤਾ ਪੁਲਿੰਗ ਹੈ ਕਿਰਿਆ ਵੀ ਪੁਲਿੰਗ। ਲੜਕਾ ਜਾਂਦਾ ਹੈ, ਲੜਕੀ ਜਾਂਦੀ ਹੈ। ਆਪਾਂ ਨਹੀਂ ਕਹਿੰਦੇ ਲੜਕੀ ਜਾਂਦਾ ਹੈ, ਇਹ ਨਹੀਂ ਕਹਿੰਦੇ। ਜੇ ਕੋਈ ਕਹੇ ਲੜਕੀ ਜਾਂਦਾ ਹੈ ਤਾਂ ਅਗਲਾ ਕੀ ਬੋਲਦਾ ਬਈ। ਇਸ ਲਈ ਤਾਂ ਇਹ ਜਿਹੜਾ ਹਾਹੇ ਨੂੰ ਔਂਕਲ ਹੈ ਬੋਲਣ ਲਈ ਨਹੀਂ ਲਾਇਆ, ਇਹ ਦੱਸ ਰਿਹਾ ਕਿ ਜਿਹੜਾ ਸਵਾਵ ਸ਼ਬਦ ਹੈ ਇਹ ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਲਈ ਉਹਨਾਂ ਨੇ ਹਾਹੇ ਨੂੰ ਔਂਕਲ ਹੈ। ਜੇ ਹਾਹੇ ਨੂੰ ਔਂਕਲ ਨਾ ਲਾਉਂਦੇ ਤਾਂ ਇਹ ਜਿਹੜਾ ਸ਼ਬਦ ਸੀ ਇਸਤਰੀ ਲਿੰਗ ਹੋ ਜਾਣਾ ਸੀ। ਜੇ ਹਾਹੇ ਨੂੰ ਔਂਕੜ ਨਾ ਲੱਗਣ ਤਾਂ ਇਹ ਸ਼ਬਦ ਇਸਤਰੀ ਲਿੰਗ ਹੋ ਜਾਣਾ ਸੀ ਅਤੇ ਅੱਗੇ ਪੁਲਿੰਗ ਆ ਰਿਹਾ, ਇਸ ਲਈ ਗੱਲ ਬਣਨੀ ਨਹੀਂ ਸੀ, ਗ੍ਰਾਮੈਟੀਕਲੀ ਗਲਤ ਹੋ ਜਾਣਾ ਸੀ। ਬੜੇ ਹੀ ਧਿਆਨ ਨਾਲ ਮੈਂ ਕਈ ਵਾਰੀ ਵਿਚਾਰ ਕਰਦਾ ਇੱਕ ਸ਼ਬਦ 'ਤੇ ਵੀ ਕਿੰਨੇ ਧਿਆਨ ਨਾਲ ਬਾਣੀ ਲਿਖੀ ਹੋਈ ਹੈ। ਕਿੱਥੇ ਔਂਕੜ ਚਾਹੀਦਾ ਹੈ, ਕਿੱਥੇ ਸਿਹਾਰੀ ਚਾਹੀਦੀ ਹੈ, ਕਿੱਥੇ ਲਾਂ ਚਾਹੀਦੀ ਹੈ, ਕਿੱਥੇ ਦਲਾਂ ਚਾਹੀਦੀ ਹੈ। ਬਹੁਤ ਗ੍ਰਾਮੈਟੀਕਲੀ ਲਿਖਿਆ ਹੋਇਆ ਇਸ ਨੂੰ। ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸਵਾਬ। ਗੁਰੂ ਮਹਾਰਾਜ ਸਾਡਾ ਤਾਂ ਇੱਕੋ ਹੀ ਮਨੋਰਥ ਹੈ ਕਿ ਵਿਛੜਿਆ ਹੈ ਮਨ ਪਰਮਾਤਮਾ ਨਾਲ ਮਿਲ ਜਾਵੇ। ਬਸ ਧਰਮ ਦਾ ਉਦੇਸ਼ ਹੀ ਇਹੀ ਹੈ, ਪਰਮਾਤਮਾ ਨਾਲ ਮਿਲਣਾ। ਪਰਮਾਤਮਾ ਨਾਲ ਮੇਲ ਤਾਂ ਹੋਏਗਾ ਜੇ ਸਾਡਾ ਸੁਭਾਅ ਉਹਦੇ ਸੁਭਾਅ ਅਨੁਸਾਰ ਹੋਵੇ, ਸਾਡੀਆਂ ਆਦਤਾਂ ਪਰਮਾਤਮਾ ਦੀਆਂ ਆਦਤਾਂ ਦੇ ਅਨੁਸਾਰ ਹੋਣ, ਤਾਂ ਉਹਦੇ ਨਾਲ ਮੇਲ ਹੋਏਗਾ, ਨਹੀਂ ਤਾਂ ਨਹੀਂ ਮੇਲ ਹੁੰਦਾ। ਇਸੇ ਇਹੀ ਕਾਰਨ ਹੈ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ, ਸਤਸੰਗ ਵੀ ਕਰਦੇ ਹਾਂ, ਕਥਾ ਵੀ ਕਰਦੇ ਹਾਂ, ਕੀਰਤਨ ਵੀ ਸਭ ਕੁਝ ਕਰਦੇ ਹਾਂ, ਪਰ ਪਰਮਾਤਮਾ ਨਾਲ ਮੇਲ ਨਹੀਂ ਹੋ ਰਿਹਾ ਕਿਉਂਕਿ ਅਸੀਂ ਆਪਣੇ ਅੰਦਰ ਹਉਮੈ ਨਹੀਂ ਛੱਡਦੇ। ਅਸੀਂ ਅੰਦਰੋਂ ਹੋ ਨਹੀਂ ਛੱਡਦੇ। ਜੇ ਤੁਸੀਂ ਸਤਵੀਂ ਅਸ਼ਟਪਦੀ ਪੜ੍ਹੋ ਸੁਖਮਨੀ ਸਾਹਿਬ ਦੇ, ਉਹ ਤੋਂ ਗਿਆਨ ਹੋ ਜਾਏਗਾ ਤੁਹਾਨੂੰ ਕਿ ਜੋ ਕੁਛ ਮੇਰੇ ਕੋਲੇ ਹੈ ਇਹ ਤਾਂ ਸਾਰਾ ਪਰਮਾਤਮਾ ਨੇ ਦਿੱਤਾ ਹੋਇਆ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਏ। ਕਿ ਜਿਸ ਪਰਮਾਤਮਾ ਤੋਂ 36 ਪ੍ਰਕਾਰ ਦਾ ਦਿੱਤਾ ਹੋਇਆ ਭੋਜਨ ਖਾਂਦਾ ਉਹਨੂੰ ਹਮੇਸ਼ਾ ਯਾਦ ਰੱਖੇ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇਂ, ਜਿਹਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਪਾਉਂਦਾ ਹੈ, ਇਹ ਤਾਂ ਉਹਦੀ ਕਿਰਪਾ ਨਾਲ। ਆ ਵਧੀਆ ਘਰ ਮਿਲੇ ਨੇ, ਆਵਾਜਾਈ ਦੇ ਸਾਧਨ ਮਿਲੇ ਨੇ, ਵਧੀਆ ਕੱਪੜੇ ਮਿਲੇ ਨੇ, ਵਧੀਆ ਖਾਣ ਪੀਣ ਨੂੰ ਹੈ, ਇਹ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਹੈ। ਉਹਨੇ ਐਸੇ ਸਾਧਨ ਬਣਾਤੇ ਕਿ ਅਸੀਂ ਅਮੀਰ ਹੋ ਗਏ। ਸੋ ਤਾਂ ਗੁਰੂ ਮੈਂ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸਭ। ਮੇਰਾ ਤਾਂ ਇੱਕੋ ਹੀ ਸੁਭਾਅ ਹੈ, ਇੱਕੋ ਹੀ ਉਦੇਸ਼ ਹੈ ਕਿ ਵਿਛੜਿਆ ਹੋਇਆ ਮਨ ਪਰਮਾਤਮਾ ਨੂੰ ਮਿਲ ਜਾਵੇ। ਸਰਬ ਕਲਿਆਣਾ ਤਿਤ ਦਿਨ ਹਰ ਪਰਸੀ। ਇਹ ਕਿਉਂਕਿ ਚ ਮੈਂ ਦੀ ਭਾਵਨਾ, ਇਸ ਲਈ ਸੱਸੇ ਨੂੰ ਪਿਆਰੀ ਬਿੰਦੀ ਲਾ ਕੇ ਪੈਣ। ਹਰ ਪਰਸੀ ਗੁਰ ਕੇ ਪਾਉ। ਭਾਉ ਵੀ ਪੜ੍ਹ ਸਕਦੇ ਅਸੀਂ। ਭਾਉ ਫਾਰਸੀ ਦਾ ਸ਼ਬਦ ਹੈ, ਭਾਉ ਹਿੰਦੀ ਪੰਜਾਬੀ 'ਚ ਵਰਤਦੇ ਨੇ। ਹੁਣ ਇਹ ਤੋਂ ਪਹਿਲਾਂ ਕਿ ਨਾਨਕ ਇਹ ਸੁਆਓ ਬਿਨਾਂ ਬਿੰਦੀ ਤੋਂ ਹੈ, ਇਸ ਲਈ ਜੇ ਭਾਉ ਅਸੀਂ ਪੜਾਂਗੇ ਤਾਂ ਜ਼ਿਆਦਾ ਅੱਛਾ ਰਹੇਗਾ। ਭਾਉ ਵੀ ਮੈਨੇ ਵੀ ਪੈਰ ਹੈ ਅਤੇ ਪਾਉ ਮੈਨੇ ਵੀ ਪੈਰ, ਇੱਕ ਫਾਰਸੀ ਦਾ ਇੱਕ ਹਿੰਦੀ ਦਾ। ਬਿਨਾਂ ਬਿੰਦੀ ਤੋਂ ਫਾਰਸੀ ਵਾਲਾ ਭਾਉ, ਹਿੰਦੀ ਵਾਲਾ ਬਿੰਦੀ ਵਾਲਾ ਹਿੰਦੀ ਵਾਲਾ ਪਾਮ, ਜਿਹਨੂੰ ਪਾਮ ਕਹਿੰਦੇ ਹਿੰਦੀ, ਉਹ ਤੋਂ ਪਾਮ ਬਣੇ। ਪੰਜਾਬੀ ਜਦੋਂ ਲਿਖਿਆ ਜਾਂਦਾ ਹੈ ਫਿਰ ਵਾਵਾ ਊੜੇ ਨੂੰ ਔਂਕੜ 'ਚ ਬਦਲ ਜਾਂਦਾ। ਸਰਬ ਕਲਿਆਣਾ ਤਿਤ ਦਿਨ। ਸਾਰੇ ਸੁੱਖ ਉਸ ਦਿਨ ਹਨ। ਹਰ ਪਰਸੀ ਗੁਰ ਕੇ ਪਾਉ। ਜਦੋਂ ਮੈਂ ਪਰਮਾਤਮਾ ਦੇ ਗੁਰੂ ਦੇ ਚਰਨ ਸਪਰਸ਼ ਕਰਾਂਗਾ, ਜਿਸ ਦਿਨ ਮੈਂ ਗੁਰੂ ਦੇ ਪਰਮਾਤਮਾ ਦੇ ਚਰਨ ਪਰਸਦਾ ਨਾ, ਉਸ ਦਿਨ ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਅੱਗੇ ਕਹਿੰਦੇ ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ। ਜਿੱਥੇ ਵਾਰ ਹੁੰਦੀ ਹੈ ਨਾ, 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਵਾਰ ਦੇ ਵਿੱਚ ਸ਼ਲੋਕ ਵੀ ਹੁੰਦੇ ਨੇ ਤੇ ਕਹੇ ਕਿ ਪੌੜੀ ਵੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਤਿਆਰ ਹੋਣ ਤੋਂ ਪਹਿਲਾਂ ਸਿਰਫ ਪੌੜੀਆਂ ਹੁੰਦੀਆਂ ਸੀ ਵਾਰ 'ਚ। ਵਾਰ ਦੀ ਆਸਾ ਦੀ ਵਾਰ ਕੁਝ ਸਿਰਫ ਪੌੜੀਆਂ ਹੁੰਦੀਆਂ ਸਨ। ਪੰਚਮ ਪਾਤਸ਼ਾਹ ਨੇ ਉਹਦੇ ਨਾਲ ਸ਼ਲੋਕ ਲਾਏ, ਕਿਸੇ ਨਾਲ ਇੱਕ ਸ਼ਲੋਕ ਲਾਇਆ, ਕਿਸੇ ਨਾਲ 2 ਲਾਏ। ਉਹ ਫਿਰ ਜਿਹੜਾ ਹੈ ਉਹ ਪੌੜੀਆਂ ਫਿਰ ਵਾਰ ਹੋ ਗਈਆਂ। ਵਾਰ ਜਿਹੜੀ ਹੈ ਬਹਾਦਰਾਂ ਦੇ ਜਿਹੜਾ ਗੀਤ ਗਾਏ ਬਹਾਦਰਾਂ ਲਈ ਉਹਨੂੰ ਵਾਰ ਕਹਿੰਦੇ ਸੀ। ਜਿਵੇਂ ਢਾਡੀ ਗਾਉਂਦੇ ਨੇ, ਢਾਡੀ ਗੁਰੂਆਂ ਦੀਆਂ, ਸੰਤਾਂ ਮਹਾਤਮਾ ਦੀਆਂ, ਭਗਤਾਂ ਦੀਆਂ, ਸ਼ਹੀਦਾਂ ਦੀਆਂ ਵਾਰਾਂ ਗਾਉਂਦੇ ਨੇ। ਵਾਰਾਂ ਗਾਉਂਦੇ ਭਾਵਨਾ ਦੀ ਗਾ ਗਾ ਕੇ ਵਡਿਆਈ ਕਰਦੇ ਹਨ। ਹੁਣ ਇੱਥੇ ਦੱਸਿਆ ਗੁਰੂ ਮਹਾਰਾਜ ਵੀ ਇਹ ਵਾਰ ਜਿਹੜੀ ਹੈ ਰਾਗ ਮਾਝ ਦੀ ਹੈ, ਤੇ ਨਾਲ ਜਿਹੜੇ ਸ਼ਲੋਕ ਨੇ ਇਹ ਗੁਰੂ ਨਾਨਕ ਦੇਵ ਜੀ ਦੇ। ਮਹਿਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰੜਾ ਸੋਹੀਆ ਕੀ ਧੁਨੀ ਗਾਵਣੀ। ਇਹ ਦੋਨੋਂ ਬਹੁਤ ਬਹਾਦਰ ਸਨ। ਉਸ ਵੇਲੇ ਜਿਹੜੇ ਢਾਡੀ ਸਨ ਇਹਨਾਂ ਦੇ ਗੁਣ ਗਾਇਆ ਕਰਦੇ, ਵਾਰਾਂ ਗਾਇਆ ਕਰਦੇ ਸਨ। ਕਹਿੰਦੇ ਉਸ ਧੁਨ 'ਤੇ ਗਾਉਣਾ ਹੈ। ਪਰ ਅੱਜ ਕੱਲ੍ਹ ਵਾਰਾਂ ਦੀ ਧੁਨ 'ਤੇ ਕੀਰਤਨ ਨਹੀਂ ਕਰਦੇ। ਅੱਜ ਕੱਲ੍ਹ ਵਾਰਾਂ ਦੀ ਧੁਨ 'ਤੇ ਕੀਰਤਨ ਨਹੀਂ। ਹੁਣ ਵਾਰ 'ਚ ਜਦ ਗਾਏ ਨੇ ਜੈਸਾ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਫਿਰ ਢੱਡ ਵਜਾਉਂਦੇ ਨਾਲ। ਇਹ ਤਰਜ ਅਸਲ 'ਚ। ਪਰ ਹੁਣ ਇਸ ਤਰ੍ਹਾਂ ਤੇ ਸਿਰ ਢਾਡੀ ਗਾਉਂਦੇ ਨੇ, ਕੀਰਤਨੀ ਨਹੀਂ ਗਾਉਂਦੇ। ਫਿਰ ਹੁਣ ਪਰ ਜੀ ਗੁਰੂ ਮਹਾਰਾਜ ਨੇ ਕਿਹਾ ਇਸ ਧੁਨ 'ਤੇ ਗਾਉਣਾ ਹੈ, ਜਿਸ ਧੁਨ 'ਤੇ ਇਹਨਾਂ ਦੀ ਵਡਿਆਈ ਗਾਉਂਦੇ ਸੀ ਢਾਡੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓਂਕਾਰ, ਇੱਕ ਤੋਂ ਭਾਵ ਹੈ ਨਿਰਗੁਣ ਸਰੂਪ, ਓਂਕਾਰ ਤੋਂ ਭਾਵ ਹੈ ਸਰਗੁਣ ਸਰੂਪ। ਨਿਰਗੁਣ ਦਾ ਭਾਵ ਹੈ ਜੋ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਓਂਕਾਰ ਸਰਗੁਣ ਦਾ ਭਾਵ ਹੈ ਜਿਹੜਾ ਅੱਖਾਂ ਨਾਲ ਦਿਸਦਾ ਹੈ। ਪਰਮਾਤਮਾ ਦੇ 2 ਸਰੂਪ ਨੇ। ਇੱਕ ਨਿਰਗੁਣ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਇੱਕ ਸਗੁਣ ਹੈ ਜੋ ਪਰਮਾਤਮਾ ਨੇ ਬਣਾਇਆ ਹੈ। ਇਹ ਪਰਮਾਤਮਾ ਦਾ ਹੀ ਰੂਪ ਹੈ, ਪਰ ਇਹ ਸਰਗੁਣ ਹੈ, ਸਾਨੂੰ ਅੱਖਾਂ ਨਾਲ ਦਿਸਦਾ ਹੈ। ਜੋ ਜੋ ਦਿਸੈ ਸੋ ਤੇਰਾ ਰੂਪ। ਜੋ ਦਿਖਾਈ ਦੇ ਰਿਹਾ ਹੈ ਪਰਮਾਤਮਾ ਤੇਰੇ ਰੂਪ ਹੈ। ਅਸੀਂ ਵੀ ਸਾਰੇ ਪਰਮਾਤਮਾ ਹੀ ਬੈਠੇ ਹੋਏ ਹਾਂ, ਉਹਦਾ ਓਂਕਾਰ ਰੂਪ ਬੈਠੇ ਹੋਏ ਹਾਂ। ਅਸੀਂ ਦਿਸ ਰਹੇ ਹਾਂ, ਹੈ ਤੇ ਉਹਦੇ ਰੂਪ, ਪਰ ਸਾਡੇ ਅੰਦਰ ਹਉਮੈ ਹੋਣ ਕਰਕੇ ਅਸੀਂ ਉਸ ਤੋਂ ਅੱਡ ਹੋ ਗਏ। ਸਾਡੀ ਹਉਮੈ ਨੇ ਪਰਮਾਤਮਾ ਤੋਂ ਸਾਨੂੰ ਅੱਡ ਕਰ ਦਿੱਤਾ। ਹੈ ਤੇ ਅਸੀਂ ਪਰਮਾਤਮਾ ਹੀ। ਜਦੋਂ ਹਉਮੈ ਛੱਡ ਕੇ ਭਜਨ ਬੰਦਗੀ ਕਰਦੇ 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 ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਤਾਂ ਉੱਥੇ ਜਾ ਕੇ ਭਗਤਾਂ ਲਿਖਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮਾਤਮਾ ਤੇਰੇ ਮੇਰੇ, ਮੇਰੇ ਤੇਰੇ 'ਚ ਫਰਕ ਹੀ ਕੋਈ ਨਹੀਂ ਹੈਗਾ। ਉਦੋਂ ਅਸੀਂ ਰੱਬ ਰੂਪ ਹੋ ਜਾਂਦੇ ਹਾਂ। ਸੋ ਪਰਮਾਤਮਾ ਜਿਹੜਾ ਹੈ ਇਹ ਸਤ ਹੈ। ਸਤ ਦਾ ਮਤਲਬ ਸਦਾ ਰਹਿਣ ਵਾਲਾ, ਅਤੇ ਜਿਹੜਾ ਆਪ ਸਦਾ ਰਹਿਣ ਵਾਲਾ ਉਹਦਾ ਨਾਮ ਵੀ ਸਦਾ ਰਹਿਣ ਵਾਲਾ ਹੋਏਗਾ। ਆਪਾਂ ਤਾਂ ਮਰ ਗਏ, ਸਾਡਾ ਨਾਮ ਵੀ ਗਿਆ। ਕੋਈ ਸਾਲ 2 ਸਾਲ ਰੱਖ ਲਏਗਾ ਕੋਈ। ਹੁਣ ਕਿਸੇ ਦਾ ਪੁੱਛ ਤੇਰੇ ਪੜਦਾਦੇ ਦਾ ਕੀ ਨਾਂ, ਸ਼ਾਇਦ ਕਿਸੇ ਨੂੰ ਵੀ ਨਾ ਪਤਾ ਹੋਵੇ। ਦਾਦੇ ਤੱਕ ਬਹੁਤਿਆਂ ਨੂੰ ਪਤਾ ਹੋਵੇਗਾ ਜੇ ਮਾਂ ਪਿਓ ਦੱਸਦੇ ਰਹਿੰਦੇ ਨੇ ਬੱਚੇ ਨੂੰ, ਨਹੀਂ ਤਾਂ ਹੁੰਦਾ ਕਈਆਂ ਨੂੰ ਦਾਦੇ ਦਾ ਨਾਮ ਵੀ ਭੁੱਲ ਗਿਆ ਹੋਵੇ। ਸਿਰਫ ਵੱਡਿਆਂ ਦੇ ਨਾਮ ਉਹਨਾਂ ਘਰਾਂ 'ਚ ਜਿਉਂਦੇ ਰਹਿੰਦੇ ਨੇ ਜਿਹੜੇ ਉਹਨਾਂ ਦੀ ਬਰਸੀ ਮਨਾਉਂਦੇ ਰਹਿੰਦੇ ਨੇ। ਕਿ ਜਦੋਂ ਆਪਾਂ ਬਰਸੀ ਮਨਾਵਾਂ ਫਿਰ ਘਰ 'ਚ ਗੱਲ ਕਰਾਂਗੇ, ਫਿਰ ਬੱਚਿਆਂ ਨੂੰ ਪਤਾ ਲੱਗੇਗਾ ਵੀ ਸਾਡੇ ਦਾਦਾ ਜੀ ਦਾ ਆਹ ਨਾਂ ਸੀ, ਦਾਦੀ ਦਾ ਆਹ ਨਾਂ ਸੀ, ਉਹਦੇ ਲਈ ਅਖੰਡ ਪਾਠ ਹੋ ਰਿਹਾ, ਸਹਿਜ ਪਾਠ ਹੋ ਰਿਹਾ। ਸੋ ਪਰਮਾਤਮਾ ਸਤਿਨਾਮ ਹੈ।
ਉਹਦਾ ਨਾਮ ਸਦਾ ਰਹਿਣ ਵਾਲਾ ਹੈ। ਕਰਤਾ ਜਿਹੜਾ ਬਣਾਉਣ ਵਾਲਾ ਹੋਵੇ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਪੁਰਖ ਜਿਹੜਾ ਆਪਣੀ ਬਣਾਈ ਹੋਈ ਚੀਜ਼ ਦੇ ਵਿੱਚ ਬਿਰਾਜਮਾਨ ਹੋਵੇ ਉਹਨੂੰ ਕਹਿੰਦੇ ਪੁਰਖ। ਸੋ ਪਰਮਾਤਮਾ ਪੁਰਖ ਵੀ ਹੈ। ਉਹਨੇ ਜੋ ਵੀ ਬਣਾਇਆ, ਚਾਹੇ ਪਹਾੜ ਬਣਾਇਆ, ਸੂਰਜ ਬਣਾਇਆ, ਚੰਨ ਬਣਾਇਆ, ਤਾਰੇ ਬਣਾਏ ਨੇ, ਆਕਾਸ਼ ਬਣਾਇਆ, ਧਰਤੀ ਬਣਾਈ, ਸਮੁੰਦਰ ਬਣਾਇਆ, ਬਨਸਪਤੀ ਬਣਾਈ ਹੈ, ਮਨੁੱਖ ਬਣਾਏ ਨੇ, ਪਸ਼ੂ ਬਣਾਏ ਨੇ, ਪੰਛੀ ਬਣਾਏ, ਕੀੜੇ ਮਕੌੜੇ ਬਣਾਏ ਨੇ। ਪਰਮਾਤਮਾ ਹਰ ਇੱਕ ਦੇ ਵਿੱਚ ਹੈ। ਇਸ ਨੂੰ ਕਹਿੰਦੇ ਪੁਰਖ। ਹਾਂ, ਇਹ ਗੱਲ ਵੱਖਰੀ ਹੈ ਕਿ ਸਿਰਫ ਇੱਕੋ ਇੱਕ ਜੂਨੀ ਮਨੁੱਖਾ ਜੂਨੀ ਹੈ ਜਿਸ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕੀਤਾ ਜਾ ਸਕਦਾ। ਨਹੀਂ ਤਾਂ ਗੁਪਤ ਰੂਪ 'ਚ ਸਭ ਦੇ ਵਿੱਚ ਪਰਮਾਤਮਾ। ਪੱਥਰ 'ਚ ਵੀ ਪਰਮਾਤਮਾ ਹੈ। ਜੇ ਪੱਥਰ 'ਚ ਪਰਮਾਤਮਾ ਨਾ ਹੁੰਦਾ ਤਾਂ ਧੰਨਾ ਪਾਕ ਜੀ ਕਿਵੇਂ ਪ੍ਰਗਟ ਕਰ ਲੈਂਦੇ? ਜੇ ਪੱਥਰ 'ਚ ਰੱਬ ਹੀ ਨਾ ਹੁੰਦਾ ਉਹ ਪ੍ਰਗਟ ਕਿਵੇਂ ਕਰ ਲੈਂਦੇ? ਹੁਣ ਲੱਕੜੀ 'ਚ ਅੱਗ ਹੈ ਤਾਂ ਤੁਸੀਂ ਲੱਕੜੀ ਨੂੰ ਅੱਗ ਲੱਗ ਸਕਦੀ ਕਿ ਉਹਦੇ ਵਿੱਚ ਅੱਗ ਹੈ। ਉਹ ਬਾਹਰਲੀ ਅੱਗ ਨੂੰ ਕੈਚ ਕਰ ਲੇਗਾ, ਆਪ ਮੱਚਣ ਲੱਗ ਜਾਏਗੀ। ਕਾਗਜ਼ 'ਚ ਅੱਗ ਹੁੰਦੀ ਹੈ, ਈਵਨ ਆ ਚੀਨੀ, ਇਹਦੇ 'ਚ ਵੀ ਅੱਗ ਹੁੰਦੀ ਹੈ। ਜਿਸ ਚੀਜ਼ ਦੇ ਵਿੱਚ ਅੱਗ ਹੈ ਬਾਹਰੋਂ ਉਸੇ ਨੂੰ ਹੀ ਅੱਗ ਲੱਗ ਸਕਦੀ ਹੈ। ਜੋ ਕਿਸੇ ਚੀਜ਼ ਦੇ ਵਿੱਚ ਹੈ ਬਾਹਰਲਾ ਵੀ ਉਹੀ ਚੀਜ਼ ਉਸ 'ਤੇ ਅਸਰ ਕਰਦੀ ਹੈ। ਜੇ ਸਾਡੇ ਅੰਦਰ ਕੁਸੰਗਤ ਹੈ ਨਾ, ਬਾਹਰੋਂ 2-4 ਦਿਨ ਦੀ ਵੀ ਕੁਸੰਗਤ ਮਿਲ ਜਾਏ ਅਸੀਂ ਕੁਸੰਗੀ ਹੋ ਜਾਵਾਂਗੇ। ਜੇ ਸਾਡੇ ਅੰਦਰ ਸਤ ਸੰਗਤ ਜ਼ਿਆਦਾ, 2-4 ਦਿਨ ਦੀ ਸਤ ਸੰਗਤ ਮਿਲ ਜਾਏ ਅਸੀਂ ਸਤਸੰਗੀ ਹੋ ਜਾਵਾਂਗੇ। ਹੈ ਸਾਡੇ ਅੰਦਰ ਸਭ ਕੁਛ ਹੈ। ਸਾਡੇ ਅੰਦਰ ਚੋਰ ਵੀ ਹੈ, ਸਾਡੇ ਅੰਦਰ ਸਾਧ ਵੀ ਹੈ, ਸਾਡੇ ਅੰਦਰ ਸ਼ੇਰ ਵੀ ਹੈ, ਸਾਡੇ ਅੰਦਰ ਗਿੱਦੜ ਵੀ ਹੈ, ਸਾਡੇ ਅੰਦਰ ਚੂਹਾ ਵੀ ਹੈ, ਸਾਡੇ ਅੰਦਰ ਬਿੱਲੀ ਵੀ ਹੈ। ਤੁਸੀਂ ਕਿਵੇਂ ਜੀ? ਇਹਨਾਂ ਸਾਰੀਆਂ ਜੂਨਾਂ 'ਚੋਂ ਲੰਘ ਕੇ ਅਸੀਂ ਬੰਦੇ ਬਣੇ ਹਾਂ। ਅਸੀਂ ਸਿੱਧੇ ਨਹੀਂ, ਧਰਮ ਕਹਿੰਦਾ ਅਸੀਂ ਸਿੱਧੇ ਬੰਦੇ ਨਹੀਂ ਬਣ ਗਏ। ਸਾਇੰਸ ਵੀ ਇਹੀ ਕਹਿੰਦੀ। ਭਾਵੇਂ ਬਾਈਬਲ ਕਹਿੰਦੀ ਹੈ ਕਿ ਪਰਮਾਤਮਾ ਨੇ ਪਹਿਲਾਂ ਪਾਣੀ ਬਣਾਇਆ, ਫਿਰ ਧਰਤੀ ਬਣਾਈ, ਫਿਰ ਬਨਸਪਤੀ ਬਣਾਈ, ਫਿਰ ਪਹਾੜ ਬਣਾਏ, ਫਿਰ ਕੀੜੇ ਮਕੌੜੇ ਬਣਾਏ, ਫਿਰ ਪਸ਼ੂ ਪੰਛੀ ਬਣਾਏ, ਅਖੀਰ 'ਤੇ ਮਨੁੱਖ ਬਣਾਇਆ। ਬਣਿਆ ਤਾਂ ਅਖੀਰ 'ਤੇ ਹੀ ਹੈ ਨਾ। ਸਾਇੰਸ ਵੀ ਇਹੀ ਕਹਿੰਦੀ ਹੈ ਬਈ ਪਹਿਲਾਂ ਕੁਛ ਵੀ ਨਹੀਂ ਸੀ, ਫਿਰ ਆਕਾਸ਼ 'ਚ ਇੱਕ ਬਿਗ ਬੈਂਗ ਹੋਇਆ, ਬਹੁਤ ਵੱਡਾ ਧਮਾਕਾ ਹੋਇਆ। ਜਿਸ ਚੀਜ਼ ਤੋਂ ਇਹ ਸਾਰਾ ਸੰਸਾਰ ਬਣਨਾ ਸੀ, ਜਿਹਨੂੰ ਇੰਗਲਿਸ਼ ਮੈਟਰ, ਮਾਦਾ, ਉਹ ਮਾਦਾ ਪਹਿਲਾਂ ਕੰਡੈਂਸਡ ਰੂਪ 'ਚ ਸੀ, ਸੰਘਣੇ ਰੂਪ 'ਚ ਸੀ। ਜਦੋਂ ਜੇ ਧਮਾਕਾ ਹੋਇਆ ਉਹ ਫੈਲ ਗਿਆ। ਉਹ ਸਾਰਾ ਮਾਦਾ, ਸਾਰਾ ਮੈਟਰ ਫੈਲ ਕੇ ਗੈਸ ਬਣ ਗਿਆ ਅਤੇ ਕਰੋੜਾਂ ਮੀਲਾਂ ਤੱਕ ਉਹ ਗੈਸ ਫੈਲ ਗਈ। ਉਹਨੂੰ ਗੁਰਬਾਣੀ ਕਹਿੰਦੀ ਅਰਬਦ ਨਰਬਦ ਧੁੰਦੂ ਕਰ। ਅਰਬਾਂ ਖਰਬਾਂ ਸਾਲ ਤੱਕ ਗੈਸ ਹੀ ਗੈਸ ਰਹੀ। ਫਿਰ ਗੁਰਬਾਣੀ ਕਹਿੰਦੀ ਪਵਨੇ 'ਤੇ ਜਲ ਹੋਇਆ। ਉਸ ਗੈਸ ਤੋਂ, ਉਸ ਹਵਾ ਤੋਂ ਫਿਰ ਪਾਣੀ ਬਣਿਆ। ਪਾਣੀ ਤੋਂ ਫਿਰ ਇਹ ਤਿੰਨੋਂ ਤ੍ਰਿਭਵਨ ਸਾਜਿਆ। ਪਹਿਲਾਂ ਹਵਾ ਸੀ, ਉਸ ਤੋਂ ਪਾਣੀ ਬਣਿਆ, ਉਸ ਤੋਂ ਫਿਰ ਸਾਰਾ ਸੰਸਾਰ ਬਣਿਆ। ਫਿਰ ਪਾਣੀ ਦੇ ਵਿੱਚ ਇੱਕ, ਸਾਡੇ ਅੰਦਰ ਕਰੋੜਾਂ ਸੈੱਲ ਲੱਗੇ ਨੇ ਸਰੀਰ ਨੂੰ। ਪਾਣੀ ਜਿਹੜਾ ਪਹਿਲਾ ਜੀਵ ਹੈ ਉਹ ਇੱਕ ਸੈੱਲ ਵਾਲਾ ਸੀ। ਫਿਰ ਹੌਲੀ ਡਿਵੈਲਪ ਹੁੰਦੇ ਗਿਆ, ਫਿਰ 2 ਸੈੱਲਾਂ ਵਾਲੇ ਗਏ, ਫਿਰ ਉਹਦੇ ਵੱਧ ਸੈੱਲਾਂ ਵਾਲੇ ਗਏ। ਇਸ ਤਰ੍ਹਾਂ ਜੀਵ ਬਣਦੇ ਗਏ, ਬਣਦੇ ਗਏ, ਬਣਦੇ ਗਏ। ਕੁਝ ਜੀਵ ਫਿਰ ਸੁੱਕੀ ਧਰਤੀ 'ਤੇ ਆ ਗਏ ਪਾਣੀ ਨੂੰ ਛੱਡ ਕੇ। ਕੁਝ ਜਿਹੜਾ ਫਿਰ ਉਹਨਾਂ 'ਚ ਕੁਝ ਉੱਡਣ ਲੱਗੇ, ਕੁਝ ਤੁਰਨ ਲੱਗੇ। ਕਰਦਿਆਂ ਕਰਦਿਆਂ ਕਰੋੜਾਂ ਸਾਲ ਲੱਗ ਗਏ ਇਸ ਗੱਲ ਨੂੰ। ਫਿਰ ਜਾ ਕੇ ਜਿਹੜਾ ਹੈ ਬਨ ਮਾਨਸ ਬਣਿਆ, ਜਿਹੜਾ ਜੰਗਲਾਂ 'ਚ ਬੰਦਾ ਰਹਿੰਦਾ ਸੀ, ਹੱਥਾਂ ਅਤੇ ਪੈਰਾਂ ਨੂੰ ਰਲਾ ਕੇ ਤੁਰਿਆ ਕਰਦਾ ਸੀ। ਸ਼ਕਲ ਬੰਦਿਆਂ ਵਰਗੀ ਥੋੜ੍ਹੀ ਜਿਹੀ, ਪਰ ਉਹ ਚਾਰਾਂ ਵਰਤਦਾ ਸੀ। ਹੱਥਾਂ ਨੇ ਵਰਤ ਤੁਰਨ ਵੇਲੇ ਜਿਵੇਂ ਕੋਈ ਉੜ ਕੇ ਤੁਰ ਰਿਹਾ ਹੋਵੇ, ਬੱਚੇ ਜਿਵੇਂ ਖੇਡਦੇ ਉੜ। ਉਸ ਤੋਂ ਹੌਲੀ ਹੌਲੀ ਫਿਰ ਉਹ ਸਿੱਧਾ ਹੋ ਗਿਆ। ਉਸ ਤੋਂ ਫਿਰ ਬਦਲਦਾ ਬਦਲਦਾ ਜਿਹੜਾ ਹੈ ਅੱਜ ਦਾ ਮਨੁੱਖ ਬਣਿਆ। ਇਹ ਸਿੱਧਾ ਨਹੀਂ ਬਣ ਗਿਆ। ਅਸੀਂ 84 ਲੱਖ ਜੂਨੀਆਂ ਦੇ ਵਿੱਚੋਂ ਲੰਘ ਕੇ ਫਿਰ ਮਨੁੱਖ ਬਣੇ ਹਾਂ। ਇਸ ਲਈ ਉਸ ਜੂਨੀਆਂ ਵਾਲੇ ਗੁਣ ਔਗੁਣ ਸਾਡੇ ਅੰਦਰ ਨੇ। ਉਹਨਾਂ ਜੂਨੀਆਂ ਵਾਲੇ ਗੁਣ ਔਗੁਣ ਸਾਡੇ ਅੰਦਰ ਨੇ। ਬਸ ਸਾਨੂੰ ਬਾਹਰੋਂ ਸੰਗਤ ਚਾਹੀਦੀ। ਜੇ ਗਿੱਦੜਾਂ ਦੀ ਸੰਗਤ ਮਿਲ ਗਈ ਹੈ ਤਾਂ ਸਾਡੇ ਅੰਦਰ ਗਿੱਦੜ ਪ੍ਰਗਟ ਹੋ ਜਾਏਗਾ, ਅਸੀਂ ਡਰਪੋਕ ਹੋ ਜਾਵਾਂਗੇ। ਡਰਪੋਕਾਂ 'ਚ ਰਹਿਣ ਵਾਲੇ ਲੋਕ ਹੌਲੀ ਡਰਪੋਕ ਹੋ ਜਾਂਦੇ ਨੇ। ਬਹਾਦਰਾਂ 'ਚ ਸਾਡੇ ਅੰਦਰ ਬਹਾਦਰ ਵੀ ਹੈ,
ਅਗਰ ਸਾਨੂੰ ਬਾਹਰੋਂ ਬਹਾਦਰਾਂ ਦੀ ਸੰਗਤ ਮਿਲ ਜਾਏ ਤਾਂ ਅਸੀਂ ਬਹਾਦਰ ਹੋ ਸਕਦੇ ਹਾਂ, ਕਿਉਂਕਿ ਸਾਡੇ ਅੰਦਰ ਸਭ ਕੁਝ ਹੈ। ਸਾਡੇ ਅੰਦਰ ਚੋਰ ਵੀ ਹੈ, ਡਾਕੂ ਵੀ ਹੈ। ਜੇ ਚੋਰਾਂ ਡਾਕੂਆਂ ਦੀ ਸਾਨੂੰ ਸੰਗਤ ਮਿਲ ਜੇ, ਅਸੀਂ ਚੋਰ ਡਾਕੂ ਬਣ ਸਕਦੇ ਹਾਂ, ਕਿ ਸਾਡੇ ਅੰਦਰ ਪਹਿਲਾਂ ਹੀ ਹੈ। ਸਾਡੇ ਅੰਦਰ ਸਾਧ ਵੀ ਹੈ, ਜੇ ਬਾਹਰੋਂ ਸਾਧੂ ਦੀ ਸੰਗਤ ਮਿਲ ਜੇ ਅਸੀਂ ਸਾਧ ਹੋ ਸਕਦੇ ਹਾਂ, ਸਾਧ ਹੋ ਸਕਦੇ ਹਾਂ। ਸਾਡੇ ਅੰਦਰ ਹੀ ਸਭ ਕੁਝ ਹੈ, ਸਿਰਫ ਬਾਹਰੋਂ ਉਹੋ ਜਿਹੀ ਸੰਗਤ ਚਾਹੀਦੀ ਹੈ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ। ਇੰਜੀਨੀਅਰ ਬਣਨਾ ਤਾਂ ਇੰਜੀਨੀਅਰਾਂ ਦੀ ਸੰਗਤ ਕਰਨੀ ਪਏਗੀ, ਇੰਜੀਨੀਅਰਿੰਗ ਕਾਲਜ ਦਾਖਲਾ ਹੋਣਾ ਪਏਗਾ। ਮੈਡੀਕਲ ਕਾਲਜ ਦਾ ਦਾਖਲ ਹੋ ਕੇ ਤੁਸੀਂ ਇੰਜੀਨੀਅਰ ਨਹੀਂ ਬਣ ਸਕਦੇ। ਜੋ ਤੁਸੀਂ ਬਣਨੇ ਬਾਹਰੋਂ ਉਹੋ ਜਿਹੀ ਸਾਨੂੰ ਸੰਗਤ ਚਾਹੀਦੀ ਹੈ। ਇਸ ਲਈ ਸੰਗਤ ਦੀ ਮਹਾਨਤਾ ਹੈ। ਅਤੇ ਸੰਗਤਾਂ ਦੋ ਹੀ ਨੇ, ਇੱਕ ਕੁਸੰਗਤ ਅਤੇ ਇੱਕ ਸਤ ਸੰਗਤ ਹੈ। ਜੇ ਜ਼ਿੰਦਗੀ ਬਰਬਾਦ ਹੋਣੀ ਲਿਖੀ ਹੋਈ ਹੈ, ਬੰਦਾ ਕੁਸੰਗਤ ਲੱਗ ਜਾਂਦਾ ਕਰਨ, ਜਿੰਨਾ ਮਰਜ਼ੀ ਸਮਝਾ ਲਓ ਨਹੀਂ ਹਟਦਾ। ਜੇ ਜ਼ਿੰਦਗੀ ਸੁੱਖ ਸ਼ਾਂਤੀ ਲਿਖਿਆ ਹੋਇਆ, ਸਤ ਸੰਗਤ ਕਰੇਗਾ ਔਰ ਜ਼ਿੰਦਗੀ ਦਾ ਆਨੰਦ ਮਾਣੇਗਾ। ਇਸ ਲਈ ਅਰਦਾਸ ਕਰਦੇ ਰਹਿਣਾ, ਸੱਚੇ ਪਾਤਸ਼ਾਹ ਕੁਸੰਗਤ ਤੋਂ ਬਚਾ ਕੇ ਰੱਖੀ, ਸਤ ਸੰਗਤ ਦੀ ਬਖਸ਼ਿਸ਼ ਕਰੀ। ਸੋ ਪਰਮਾਤਮਾ ਕਰਤਾ ਹੈ, ਪਰਮਾਤਮਾ ਪੁਰਖ ਹੈ, ਸਭ ਦੇ ਵਿੱਚ ਵਸਦਾ ਹੈ। ਉਹ ਗੁਰ, ਕਈ ਤੇ ਕਹਿੰਦੇ ਪਰਮਾਤਮਾ ਗੁਰ ਹੈ, ਗਿਆਨ ਦੇਣ ਵਾਲਾ ਹੈ, ਪ੍ਰਸਾਦ ਹੈ। ਪਰਮਾਤਮਾ ਕਿਰਪਾ ਹੈ, ਦਿਆਲੂ ਹੈ। ਪਰੰਤੂ ਗੁਰਬਾਣੀ ਗ੍ਰੈਮਰ ਅਨੁਸਾਰ ਜਿਹੜੇ ਅਰਥ ਕਹਿੰਦੇ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਕਹਿੰਦੇ ਸ਼ਲੋਕ ਮਹਿਲਾ ਪਹਿਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰ ਦਾਤਾ, ਗੁਰੂ ਦਾਤਾ ਹੈ। ਨਾਮ ਦੀ ਦਾਤ ਸਿਰਫ ਤੇ ਸਿਰਫ ਗੁਰੂ ਤੋਂ ਮਿਲਦੀ ਹੈ। ਬਾਕੀ ਦਾਤਾ ਤਾਂ ਰੱਬ ਤੋਂ ਮਿਲ ਜਾਂਦੀਆਂ ਨੇ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹੋ। ਬਾਕੀ ਦਾਤਾ ਤੇ ਪਰਮਾਤਮਾ ਹੈ। ਗੁਰੂ ਵੀ ਦਾਤਾ ਹੁੰਦਾ ਹੈ, ਕਿਉਂ? ਜਿਹੜਾ ਰੱਬ ਰੂਪ ਹੋ ਗਿਆ ਹੈ ਉਹ ਵੀ ਦਾਤਾ ਹੋ ਜਾਂਦਾ, ਉਹ ਵੀ ਦਾਤਾ ਹੋ ਜਾਂਦਾ। ਇਸ ਲਈ ਗੁਰੂ ਦਾਤਾ ਹੈ, ਨਾਮ ਦਾ ਦਾਤਾ ਹੈ। ਗੁਰ ਹਿਵੈ ਘਰ, ਹਿਵ ਬਰਫ ਨੂੰ ਕਹਿੰਦੇ ਨੇ, ਭਾਵ ਗੁਰੂ ਸ਼ਾਂਤੀ ਦਾ ਘਰ ਹੈ, ਠੰਡਕ ਦਾ ਘਰ ਹੈ। ਗੁਰੂ ਮਹਾਰਾਜ ਕੋਲ ਆ ਕੇ ਸ਼ਾਂਤੀ ਮਿਲਦੀ ਹੈ। ਕਿਸ ਬੰਦੇ ਤੋਂ ਸਾਨੂੰ ਸ਼ਾਂਤੀ ਮਿਲੇਗੀ? ਜਿਹੜਾ ਆਪ ਸ਼ਾਂਤ ਹੈ। ਜਿਹੜਾ ਆਪ ਸ਼ਾਂਤ ਹੈ ਉਸ ਤੋਂ ਹੀ ਤੁਹਾਨੂੰ ਸ਼ਾਂਤੀ ਮਿਲੇਗੀ। ਦੇਖਣ ਨੂੰ ਮੈਂ ਸ਼ਾਂਤ ਦਿਸ ਰਿਹਾ, ਮੰਨ ਲਓ ਬੈਠਾ ਕਮਰੇ 'ਚ, ਪਰ ਮੈਂ ਅੰਦਰੋਂ ਅਸ਼ਾਂਤ ਹਾਂ। ਅਤੇ ਤੁਸੀਂ ਵੀ ਆ ਕੇ ਸੋਫੇ 'ਤੇ ਬਹਿ ਗਏ, ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ, ਨਹੀਂ ਮਿਲੇਗੀ, ਕਿਉਂਕਿ ਮੈਂ ਜਿਹਦੇ ਕੋਲ ਆਏ ਉਹ ਆਪ ਹੀ ਅਸ਼ਾਂਤ ਹੈ। ਮੰਨ ਲਓ ਮੈਂ ਉਸ ਵੇਲੇ ਸਿਮਰਨ ਕਰ ਰਿਹਾ, ਬਿਨਾਂ ਦੱਸੇ ਬਿਨਾਂ ਬੋਲੇ, ਜੇ ਤੁਸੀਂ ਆ ਕੇ ਬੈਠੋਗੇ ਤੁਹਾਨੂੰ ਸ਼ਾਂਤੀ ਮਿਲੇਗੀ। ਤੁਹਾਡੇ ਮੂੰਹ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਨਿਕਲਣ ਲੱਗ ਜਾਏਗਾ, ਕਿਉਂਕਿ ਤੁਸੀਂ ਐਸੇ ਦੀ ਸੰਗਤ ਕੀਤੀ। ਗੁਰੂ ਸ਼ਾਂਤੀ ਹੈ, ਸ਼ਾਂਤੀ ਦਾ ਘਰ ਹੈ। ਗੁਰੂ ਠੰਡਕ ਦਾ ਘਰ ਹੈ। ਗੁਰ ਦੀਪਕ ਤਿਹ ਲੋਏ, ਤਿਹ ਤਿੰਨ ਨੂੰ ਕਹਿੰਦੇ ਨੇ। ਤਿੰਨਾਂ ਲੋਕਾਂ, ਦੀਪਕ ਦਾ ਕੰਮ ਹੈ ਚਾਨਣ ਕਰਨਾ। ਗੁਰੂ ਮਹਾਰਾਜ ਗਿਆਨ ਦਾ ਚਾਨਣ ਕਰਦੇ, ਤਿੰਨਾਂ ਲੋਕਾਂ 'ਚ ਕਰਦੇ ਨੇ, ਮਾਤ ਲੋਕ, ਆਕਾਸ਼ ਲੋਕ, ਪਾਤਾਲ ਲੋਕ। ਗੁਰੂ ਐਸਾ ਦੀਵਾ ਹੈ ਜਿਹੜਾ ਤਿੰਨਾਂ ਲੋਕਾਂ ਵਿੱਚ ਗਿਆਨ ਦਾ ਚਾਨਣ ਕਰਦਾ ਹੈ। ਦੂਜਾ ਦੀਵਾ ਤੇ ਸੰਸਾਰੀ ਚਾਨਣ ਕਰਦਾ ਹੈ। ਗੁਰੂ ਮਹਾਰਾਜ ਐਸਾ ਦੀਵਾ ਨੇ ਜਿਹੜੇ ਗਿਆਨ ਦਾ ਚਾਨਣ ਕਰਦੇ ਨੇ। ਗੁਰੂ ਦਾ ਸ਼ਬਦੀ ਅਰਥ ਹੀ ਹੈ ਗੁਰੂ। ਅਗਿਆਨਤਾ ਨੂੰ ਮਿਟਾ ਕੇ ਗਿਆਨ ਦੇਣ ਵਾਲੇ ਨੂੰ ਗੁਰੂ ਕਹਿੰਦੇ ਨੇ। ਸੋ ਸਾਡੇ ਅੰਦਰ ਅਗਿਆਨਤਾ ਹੈ, ਸਾਡੇ ਅੰਦਰ ਹਨੇਰਾ ਹੈ। ਗੁਰੂ ਨੇ ਉਸ ਅਗਿਆਨਤਾ ਰੂਪੀ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਚਾਨਣ ਦੇਣਾ ਹੈ, ਇਸ ਲਈ ਉਹਨੂੰ ਗੁਰੂ ਕਹਿੰਦੇ। ਉਹ ਕਹਿੰਦੇ ਗੁਰੂ ਮਹਾਰਾਜ ਐਸਾ ਦੀਵਾ ਨੇ ਤਿਹ ਲੋਏ, ਜਿਹਦਾ ਚਾਨਣ ਤਿੰਨਾਂ ਲੋਕਾਂ 'ਚ ਹੁੰਦਾ ਹੈ।
ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਅਮਰ ਪਦਾਰਥ ਪਰਮਾਤਮਾ ਦਾ ਨਾਮ। ਅਮਰ ਹੁੰਦਾ ਜਿਹੜਾ ਕਦੇ ਨਾ ਮਰੇ, ਅਮਰ ਜਿਹੜਾ ਮਰੇ ਹੀ ਨਾ। ਪਰਮਾਤਮਾ ਨੇ ਸਦਾ ਰਹਿਣਾ, ਇਸ ਲਈ ਉਹਦੇ ਨਾਮ ਨੇ ਵੀ ਸਦਾ ਰਹਿਣਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਾਮ ਨੇ ਵੀ ਰਹਿਣਾ, ਨਾਮ ਨੂੰ ਜਪਣ ਵਾਲੇ ਨੇ ਵੀ ਰਹਿਣਾ ਹੈ, ਅਤੇ ਜਿਹਨੇ ਨਾਮ ਦੀ ਦਾਤ ਦਿੱਤੀ ਉਹਨੇ ਵੀ ਰਹਿਣਾ ਹੈ। ਇਸ ਲਈ ਨਾਮ ਨੂੰ ਅਮਰ ਪਦਾਰਥ ਕਿਹਾ ਗਿਆ ਹੈ। ਜਿਹਦਾ ਮਨ ਇਸ ਨਾਮ ਰੂਪੀ ਪਦਾਰਥ ਨੂੰ ਮੰਨ ਜਾਏ ਨਾ, ਸੁੱਖ ਹੈ। ਹੁਣ ਤਾਂ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਕਈ ਵਾਰੀ ਸਾਡਾ ਮਨ ਨਹੀਂ ਮੰਨ ਰਿਹਾ ਹੁੰਦਾ ਕਿਸੇ ਕੰਮ ਨੂੰ, ਪਰ ਅਸੀਂ ਮਜਬੂਰੀ 'ਚ ਕਰ ਰਹੇ ਹੁੰਦੇ ਹਾਂ। ਇੱਕ ਅਸੀਂ ਖੁਸ਼ੀ ਕਰਦੇ ਹਾਂ। ਘਰ ਦੇ ਭਾਂਡੇ ਮਾਂਜਣ ਨੂੰ ਮਨ ਨਹੀਂ ਮੰਨਦਾ, ਇਸ ਲਈ ਨੌਕਰਾਣੀ ਰੱਖੀ ਹੋਈ ਹੈ। ਗੁਰਦੁਆਰੇ ਦੇ ਭਾਂਡੇ ਮਾਂਜਣ ਨੂੰ ਮਨ ਮੰਨ ਰਿਹਾ, ਇਸ ਲਈ ਘਰ ਦੇ ਭਾਂਡੇ 10-12 ਹੋਣਗੇ, ਉੱਥੇ 100 ਭਾਂਡਾ ਮਾਂਜਿਆ ਜਾ ਰਿਹਾ, ਔਰ ਕੋਈ ਥਕਾਵਟ ਕਿਉਂ? ਉੱਥੇ ਮਨ ਮੰਨ ਰਿਹਾ। ਐਕਚੁਅਲੀ ਮਗਰ ਕੀ ਹੈ? ਸਵਾਰਥ ਹੈ ਵੀ ਮੈਂ ਭਾਂਡੇ ਮਾਂਜਾਂਗੀ ਜਾਂ ਮਾਂਜਾਂਗੇ ਅਤੇ ਬਦਲੇ ਮੈਨੂੰ ਆਹ ਮਿਲੂ, ਅਤੇ ਘਰ ਦੇ ਭਾਂਡੇ ਮਾਂਜ ਕੇ ਕੀ ਮਿਲਦਾ? ਬੰਦਾ ਸਵਾਰਥੀ ਹੈ। ਜਾਂ ਤੈਨੂੰ ਉਹਦੇ ਬਦਲੇ ਕੋਈ ਪੈਸਾ ਮਿਲਣਾ ਚਾਹੀਦਾ, ਫਿਰ ਮਾਂਜੀ ਜਾਏਗਾ। ਜਿਵੇਂ ਤੁਹਾਡੀ ਨੌਕਰੀ ਮਾਂਜਦੀ ਕਿ ਨਹੀਂ, ਪੈਸੇ ਮਿਲਣੇ ਨੇ। ਜਦ ਪੈਸੇ ਮਿਲਣੇ ਹੋਣ ਅਤੇ ਜਾਂ ਉਹਦੇ ਬਦਲੇ ਕੁਛ ਮਿਲਣਾ ਹੋਵੇ ਜਿਹੜਾ ਸਾਨੂੰ ਪਤਾ ਲੱਗੇ। ਗੁਰਦੁਆਰੇ ਭਾਂਡੇ ਤੁਸੀਂ ਤਾਂ ਮਾਂਜਦੇ ਹੋ, ਤੁਹਾਨੂੰ ਇਹ ਉਮੀਦ ਹੈ ਕਿ ਉੱਥੇ ਸਾਡੇ ਦੀ ਬਖਸ਼ਿਸ਼ ਹੋਵੇਗੀ, ਸਾਡੇ 'ਤੇ ਕਿਰਪਾ ਹੋਵੇਗੀ, ਸਾਡੇ ਘਰ ਬੱਚਾ ਹੋਵੇਗਾ, ਮੇਰੇ ਬੱਚੇ ਪੜ੍ਹ ਜਾਣਗੇ, ਮੇਰੇ ਨੂੰਹ ਚੰਗੀ ਆਵੇਗੀ, ਮੇਰਾ ਪੁੱਤਰ ਦਾ ਵਿਆਹ ਚੰਗਾ। ਕੁਝ ਐਵੇਂ ਨਹੀਂ ਜਾਂਦਾ ਕੋਈ। ਉਂਝ ਕੌਣ ਜਾਂਦਾ? ਮੈਂ ਕਿਹਾ ਸੱਚੇ ਪਾਤਸ਼ਾਹ ਮੇਰਾ ਮੋਢਾ ਠੀਕ ਕਰ ਦੇ। ਉਹ ਕਹਿੰਦਾ ਤੇਰਾ ਮੋਢਾ ਨਹੀਂ ਠੀਕ ਹੁੰਦਾ, ਆਈ ਚਾਹੇ ਨਾ ਆਈ, ਅਤੇ ਸ਼ਾਇਦ ਮੈਂ ਕੱਲ੍ਹ ਨੂੰ ਨਾ ਜਾਵਾਂ। ਵੀ ਫਿਰ ਗੁਰੂ ਤੋਂ ਕੀ ਲੜ ਜਿਹਨੇ ਕੰਮ ਹੀ ਨਹੀਂ ਕਰਨਾ। ਉਹ ਅਜੇ ਬੋਲਦੇ ਨਹੀਂ ਅਤੇ ਸਾਨੂੰ ਪਤਾ ਨਹੀਂ ਲੱਗਦਾ, ਇਸ ਲਈ ਉਮੀਦ ਰੱਖਦੇ ਵੀ ਸ਼ਾਇਦ ਕਰਦੇ ਠੀਕ। ਅਗਲੇ ਦਿਨ ਫਿਰ ਗਿਆ ਸੱਚੇ ਪਾਤਸ਼ਾਹ ਮੋਢਾ ਠੀਕ ਦੇ, ਫਿਰ ਉਮੀਦ ਸ਼ਾਇਦ ਕੱਲ੍ਹ ਨੂੰ ਹੋ ਜਾਏ, ਸ਼ਾਇਦ ਕੱਲ੍ਹ ਨੂੰ ਹੋ ਜਾਏ, ਐਂ ਬੰਦਾ ਜਾਈ ਜਾਂਦਾ। ਕਈ ਬੀਬੀਆਂ 3-4 ਚਲੀਹੇ ਕਰਨ ਤੋਂ ਬਾਅਦ ਬੰਦ ਕਰ ਦਿੰਦੀਆਂ। ਮੈਂ ਕਿਉਂ ਬੰਦ ਕਰ? ਕਹਿੰਦੇ ਜੀ ਹੁੰਦਾ ਤਾਂ ਹੈ ਨਹੀਂ ਬੱਚਾ ਜੀ, ਫਿਰ ਕਿਆ ਫਾਇਦਾ ਪਾਠ ਕਰਨ ਦਾ। ਇਹ ਤਾਂ ਮਤਲਬ ਜੋ ਅਸੀਂ ਪਾਠ ਕਰ ਰਹੇ ਹਾਂ ਨਾ, ਇਹ ਇਹਦਾ ਕੋਈ ਫਾਇਦਾ ਹੋਣਾ ਚਾਹੀਦਾ। ਅਸੀਂ ਐਕਚੁਅਲੀ ਸਵਾਰਥੀ ਹਾਂ। ਸਾਡੇ ਹਰ ਕੰਮ ਦੇ ਮਗਰ ਕੋਈ ਸਵਾਰਥ ਹੈ। ਸੋ ਇਸ ਲਈ ਘਰ ਦੇ ਭਾਂਡੇ ਮਾਂਜਣ ਦੇ ਮਗਰ ਸਵਾਰਥ ਹੀ ਕੋਈ ਨਹੀਂ ਹੈ। ਉਹਦੇ ਬਦਲੇ ਕੁਛ ਮਿਲਣਾ ਹੀ ਨਹੀਂ ਹੈ। ਉਹਦੇ ਬਦਲੇ ਨਹੀਂ ਮਿਲਣਾ। ਅਸੀਂ ਉਹਦੇ ਬਦਲੇ ਨਹੀਂ ਸਾਨੂੰ ਮਿਲਣਾ। ਜਿਹੜੇ ਤੁਸੀਂ 5000 ਬੀਬੀ ਨੂੰ ਦਿਓਗੇ, ਉਹੀ ਉਹਦੇ ਬਦਲੇ ਤੁਹਾਨੂੰ ਮਿਲਣਗੇ। ਨਾ ਰੱਖੋ ਬੀਬੀ, ਬੱਚਿਆਂ ਨੂੰ ਕਹੋ ਤੁਹਾਨੂੰ ਪੈਸੇ ਮਿਲਣਗੇ। ਲੈ ਵੀ ਤੂੰ ਰੋਜ਼ ਝਾੜੂ ਫੇਰਿਆ ਕਰ, ਤੈਨੂੰ ਜਿਹੜਾ ਹੈ 2000 ਰੁਪਇਆ ਮਹੀਨਾ ਮਿਲੂਗਾ। ਲੈ ਵੀ ਤੂੰ ਜਿਹੜਾ ਪੋਚਾ ਫੇਰਿਆ ਕਰ, ਤੈਨੂੰ ਵੀ 2000 ਮਿਲੂ। ਲੈ ਵੀ ਤੂੰ ਖਿੜਕੀ ਦਰਵਾਜ਼ੇ ਸਾਫ਼ ਕਰ, ਤੈਨੂੰ 1000 ਮਿਲੂਗਾ। ਦੋਨਾਂ ਜਵਾਕਾਂ ਲਾ ਕੇ ਆਪਣਾ ਕੰਮ ਕਰਾ ਲਓ, ਅਤੇ ਪੈਸੇ ਉਹਨਾਂ ਨੂੰ ਦੇ ਬਜਾਏ ਨੌਕਰਾਣੀ ਨੂੰ ਦੇਣ ਦੇ। ਨਾਲ ਨੌਕਰਾਣੀ ਦੇ ਮਗਰ ਤੁਹਾਨੂੰ ਫਿਰਨਾ ਪੈਂਦਾ। ਆਓ ਕਦੇ ਉਹਨੇ ਮੰਜੀ ਹੇਠੋਂ ਨਹੀਂ ਚੱਜ ਨਾਲ ਪੋਚਾ ਫੇਰਿਆ, ਕਦੇ ਕਿਤੇ ਛੱਡਦੇ ਖੂੰਜਾ ਛੱਡਦਾ, ਕਿਤੇ ਕੋਈ ਛੱਡਦਾ। ਤੁਹਾਡਾ ਆਪਣਾ ਜਵਾਕ ਹੈ, ਆਪਣਾ ਲੱਗ ਰਹੇਗਾ, ਆਪਣੇ ਘਰ ਸਾਫ਼ ਕਰੇਗਾ, ਕਿਹੜਾ ਬਗਾਨਾ ਕਰ ਰਿਹਾ ਹੈ। ਦੇਖੋ ਹਰ ਕੰਮ ਦੇ ਮਗਰ ਸਵਾਰਥ ਹੈ। ਮੈਨੂੰ ਕੀ ਮਿਲੇਗਾ? ਅਤੇ ਜਵਾਕਾਂ ਨੂੰ ਪੈਸਾ ਦੇ ਦਿਓ, ਉਹ ਕਰਦੇ ਨੇ। ਇਹ ਜਿਹੜੀ ਗੱਲ ਹੈ, ਕਰਦੇ ਨੇ। ਪੈਸੇ ਦੇ ਕੇ ਜੋ ਮਰਜ਼ੀ ਕਰਾ ਲਓ। ਪੈਸੇ ਤਾਕਤ ਹੀ ਇੰਨੀ ਹੈ। ਦੇਖਣ ਨੂੰ ਤਾਂ ਰੱਬ ਕਹਿੰਦਾ ਸਭ ਤੋਂ ਵੱਧ ਤਾਕਤਵਰ ਹੈ। ਦੇਖਣ ਨੂੰ ਮਾਇਆ 'ਚ ਤਾਕਤ ਹੈ ਸਭ ਤੋਂ ਵੱਧ। ਮਾਇਆ 'ਚ ਐਡੀ ਤਾਕਤ ਰੱਬ ਨੂੰ ਭੁਲਾਉਣ ਦੀ। ਜਾ ਤੂੰ ਮੈਨੂੰ ਬਣਾਇਆ ਸੀ ਨਾ, ਮੈਂ ਤੈਨੂੰ ਹੀ ਭੁਲਾ ਦਿੰਦੀ। ਮੇਰੇ 'ਚ ਐਡੀ ਤਾਕਤ ਹੈ, ਮੈਂ ਰੱਬ ਨੂੰ ਭੁਲਾਉਣ ਦੀ। ਔਰ ਅਗਰ ਰੱਬ ਤੋਂ ਕੀ ਲੈਣਾ ਦੇਣਾ ਹੈ? ਮਾਇਆ ਕਮਾ ਬੜੀ ਸ਼ਕਤੀਸ਼ਾਲੀ ਬਣਾਈ। ਪਰਮਾਤਮਾ ਬਣਾ ਕੇ ਪਛਤਾਉਂਦਾ ਹੋਣਾ ਵੀ ਆਹ ਕੀ ਪੰਗਾ ਲੈ ਲਿਆ, ਇਹਨੇ ਤਾਂ ਮੈਨੂੰ ਹੀ ਭੁਲਾਤਾ। ਮੈਂ ਤਾਂ ਬੰਦੇ ਸੰਸਾਰ 'ਤੇ ਮੇਰਾ ਨਾਮ ਜਪਿਓ, ਆਹ ਮੈਂ ਵਿੱਚ ਬਣਾਤੀ ਹੈ, ਇਹ ਮੇਰਾ ਨਾਮ ਹੀ ਨਹੀਂ ਜਪਣ ਦਿੰਦੇ। ਮਨ ਮਾਨਿਆ। ਜਦੋਂ ਮਨ ਮੰਨ ਜਾਏਗਾ ਇਸ ਨਾਮ ਨੂੰ, ਕਹਿੰਦੇ ਸੁੱਖ ਹੋਏ, ਫਿਰ ਸੁੱਖ ਦੀ ਪ੍ਰਾਪਤੀ ਹੋਵੇ। ਮਹਿਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ। ਇਹਨੂੰ ਭਈਆ ਪੜ੍ਹਨਾ। ਇੱਕ ਹੁੰਦਾ ਭਇਆ,
ਉਹ ਹੁੰਦਾ ਹੋ ਗਿਆ। ਭਇਆ ਹਿੰਦੀ ਦਾ ਸ਼ਬਦ ਹੋ ਗਿਆ। ਭਈਆ ਸਪੈਲਿੰਗ ਦੋਨੋਂ ਇੱਕੋ ਹੀ ਨੇ। ਭਇਆ ਹੋ ਗਿਆ ਉਹਦਾ ਅਰਥ ਹੈ ਭਈਆ ਭਰਾ ਨੂੰ ਕਹਿੰਦੇ। ਆਪਾਂ ਤਾਂ ਉਹਨਾਂ ਦੀ ਇੱਕ ਜਾਤ ਹੀ ਪਾ ਲਈ, ਯੂਪੀ ਦੇ ਭਈਏ ਨੇ। ਹੁਣ ਤਾਂ ਆਪਾਂ ਕਹਿ ਅਰੇ ਭਈਆ। ਉਹ ਯੂਪੀ 'ਚ ਮੈਂ ਦੇਖਿਆ ਮੇਰੇ ਭਾਣਜਿਆਂ ਨੂੰ, ਉਹ ਜਿਹੜੇ ਉੱਥੋਂ ਦੇ ਲੋਕ ਨੇ, ਪੱਪੂ ਭਈਆ, ਸਾਰੇ ਭਈਆ ਕਰ ਬੁਲਾਉਂਦੇ ਨੇ, ਉਹ ਵੀ ਭਰਾ ਹੈ। ਉੱਥੇ ਸਰਦਾਰਾਂ ਨੂੰ ਵੀ ਭਈਆ ਭਈਆ ਜੀ, ਬਸ ਇੰਨੇ ਚਿਰ ਥੋੜ੍ਹਾ ਜੀ ਵਰਤ ਦਿੰਦੇ ਨੇ। ਆਪਣੇ ਵੱਲੋਂ ਸਤਿਕਾਰ ਨਾਲ ਬੁਲਾਉਂਦੇ ਨੇ ਭਰਾ। ਆਪਾਂ ਨੇ ਉਹਨਾਂ ਦੀ ਇੱਕ ਜਾਤ ਹੀ ਬਣਾ ਲਈ, ਇਹ ਯੂਪੀ ਦੇ ਭਈਏ ਨੇ। ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਸਾਨੂੰ ਭਰਾ ਨਹੀਂ ਕਹਿੰਦੇ, ਇਹਨਾਂ ਨੇ ਤਾਂ ਸਾਡੀ ਇੱਕ ਜਾਤ ਬਣਾ ਲਈ। ਪਹਿਲਾਂ ਤਾਂ ਬੜੇ ਖੁਸ਼ ਹੁੰਦੇ ਨੇ, ਸੈਨ ਨੇ ਭਈਆ ਕਹਿੰਦੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉਬੇ ਸਾ, ਦਸਵੇਂ ਦੱਦਾ ਹੁਆ ਸੁਆ, ਗਏ ਸੰਗੀਤ। ਇਹਨੂੰ ਕਿਸੇ ਸੰਗੀਤ ਨਹੀਂ ਪੜ੍ਹਦੇ ਨਾ, ਸੰਗੀਤ ਹੁੰਦੇ ਸੰਗੀ ਸਾਥੀ। ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ। ਕਾਂ ਨੂੰ ਕਹਿੰਦੇ ਕਾਮ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਿਆਰ ਪਹਿਲਾਂ ਤਾਂ ਮਾਤਾ ਦੇ ਥਣਾ ਜਿਹੜਾ ਦੁੱਧ ਹੈ ਨਾ ਉਹਦੇ ਨਾਲ ਹੁੰਦਾ। ਉਹਨੂੰ ਦੇਖੋ ਪਰਮਾਤਮਾ ਨੇ ਸੋਝੀ ਦਿੱਤੀ ਹੋਈ ਹੈ, ਕਿਵੇਂ ਚੁੰਗਣੇ ਇਹ ਵੀ ਸੋਝੀ ਹੈ। ਮੱਝ ਜਾਂ ਗਊ ਸੂਈ ਹੈ, ਉਹਦਾ ਜਿਹੜਾ ਬੱਚਾ ਕਟਾ ਕਟੀ ਜਾਂ ਜਿਹੜਾ ਵੱਛਾ ਵੱਛੀ, ਉਹਨੂੰ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਥਣਾ ਵੱਲ ਨੂੰ ਜਾਵੇਗਾ ਚੁੰਗਣ। ਹਾਲਾਂਕਿ ਬਾਹਰ ਨੂੰ ਕਿਸੇ ਟ੍ਰੇਨ ਨਹੀਂ ਅਜੇ ਬਾਹਰ ਆ ਕੇ ਉਹਨੇ ਵੇਖਿਆ ਨਹੀਂ ਕਿਸੇ ਨੂੰ। ਜੇ ਬੱਚਾ ਦੂਜੇ ਨੂੰ ਚੁੰਗਦਿਆਂ ਹੋਇਆ ਵੇਖ ਲਏ ਫਿਰ ਤੁਹਾਨੂੰ ਪਤਾ ਵੀ ਹਾਂ ਆਹ ਚੀਜ਼ ਚੁੰਗਣੀ ਹੈ, ਪਰ ਨਹੀਂ, ਉਹਨੂੰ ਕੁਦਰਤ ਵੱਲੋਂ ਸੋਝੀ ਹੈ, ਉਹ ਪਹਿਲਾਂ ਜਾਏਗੀ ਮਾਤਾ ਥਣਾ ਚੁੰਗਣ। ਸੋ ਸਭ ਤੋਂ ਪਹਿਲਾਂ ਇਸ ਜੀਵ ਦਾ ਪਿਆਰ ਮਾਤਾ ਦੇ ਥਣਾ 'ਚ ਜਿਹੜਾ ਦੁੱਧ ਹੈ ਨਾ ਉਹਦੇ ਨਾਲ ਹੁੰਦਾ ਵੀ ਦੁੱਧ ਪੀਣਾ। ਦੂਜਾ ਮਾਏ ਬਾਪ ਕੀ ਸੁਧ, ਫਿਰ ਦੂਜੀ ਅਵਸਥਾ ਜਾ ਕੇ ਮਾਂ ਬਾਪ ਦੀ ਸੋਚਦੇ ਇਹ ਮੇਰਾ ਮਾਂ ਹੈ, ਇਹ ਮੇਰਾ ਬਾਪ ਹੈ। ਹੁਣ ਇਹ ਸੋਚੀ ਫਿਰਦੇ ਇਹ ਮੇਰੀ ਮਾਂ ਹੈ, ਇਹ ਮੇਰਾ ਬਾਪ ਹੈ। ਤੀਜੇ ਭਈਆ ਭਾਬੀ ਬੇਬ, ਭਈਆ ਮੈਨੇ ਭਰਾ, ਭਾਬੀ ਭਰਾ ਦੀ ਘਰ ਵਾਲੀ, ਬੇਬ ਮੈਨੇ ਭੈਣ। ਤਾਂ ਹੀ ਬੇਬੇ ਨਾਨਕੀ ਕਹਿੰਦੇ ਸੀ, ਨਾਨਕੀ ਜੀ ਨੂੰ ਬੇਬੇ ਕਹਿੰਦੇ ਸੀ। ਕਈ ਇਲਾਕਿਆਂ 'ਚ ਨਾ ਭੈਣ ਨੂੰ ਬੇਬੇ ਕਹਿੰਦੇ, ਅਸੀਂ ਮਾਂ ਨੂੰ ਬੇਬੇ ਕਹਿੰਦੇ ਹੁੰਦੇ ਸੀ। ਤੀਜੀ ਅਵਸਥਾ 'ਚ ਜਾ ਕੇ ਇਹ ਮੇਰਾ ਭਰਾ ਹੈ, ਇਹ ਮੇਰੀ ਭਰਜਾਈ ਹੈ, ਇਹ ਮੇਰੀ ਭੈਣ ਹੈ, ਇਸ ਦਾ ਗਿਆਨ ਹੁੰਦਾ ਹੈ। ਚੌਥਾ ਪਿਆਰ ਉਪਰਨੀ ਖੇਡ, ਉਪਰਨੀ ਦਾ ਪੈਦਾ ਹੋਣਾ। ਫਿਰ ਚੌਥੀ ਅਵਸਥਾ ਜਾ ਕੇ ਇਹ ਖੇਡਣ ਨਾਲ ਬੱਚੇ ਦਾ ਪਿਆਰ ਹੋ ਜਾਂਦਾ ਹੈ, ਇਹ ਖੇਡਣ ਦਾ ਸ਼ੌਕੀਨ ਹੋ ਜਾਂਦਾ ਹੈ, ਖੇਡਾਂ ਖੇਡਦਾ। ਪੰਜਵੇਂ ਖਾਣ ਪੀਣ ਕੀ ਧਾਤ, ਧਾਤ ਹੁੰਦੀ ਰੁਚੀ। ਜਦੋਂ ਪੰਜਵੀਂ ਅਵਸਥਾ ਜਾਂਦਾ ਹੈ ਇਹਦੇ ਦੇ ਖਾਣ ਪੀਣ ਦੀ ਰੁਚੀ ਪੈਦਾ ਹੁੰਦੀ ਹੈ। ਆਹ ਖਾਓ, ਆਹ ਖਾਓ, ਆਹ ਪੀਓ, ਆਹ ਕਰੋ, ਇਹ ਰੁਚੀ ਪੈਦਾ ਹੁੰਦੀ ਹੈ। ਬਾਕੀ ਜਿਹੜੇ ਵਿਚਾਰਾਂ ਨੇ ਇਹ ਫਿਰ ਆਪਾਂ ਸੋਮਵਾਰ ਨੂੰ ਕਰਾਂਗੇ, ਕਿਉਂਕਿ ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋ ਜਾਣੇ ਨੇ, ਇਸ ਲਈ ਕੱਲ੍ਹ ਨੂੰ ਵੀ ਕਥਾ ਨਹੀਂ ਹੋਣੀ, ਸ਼ਨੀਵਾਰ ਨੂੰ ਵੀ ਅਖੰਡ ਪਾਠ ਕਥਾ ਨਹੀਂ ਹੋਣੀ। ਐਤਵਾਰ ਨੂੰ ਫਿਰ ਆਪਾਂ ਜਿਹੜਾ ਹੈ ਪੰਚਮ ਪਾਤਸ਼ਾਹ ਦਾ ਸ਼ਹੀਦੀ ਜਿਹੜਾ ਨਾ ਉਹਦੇ ਬਾਰੇ ਐਤਵਾਰ ਨੂੰ ਆਪਾਂ 1 ਘੰਟਾ ਕਥਾ ਕਰਾਂਗੇ। ਸੋਮਵਾਰ ਤੋਂ ਫਿਰ ਗੁਰੂ ਗ੍ਰੰਥ ਦੀ ਕਥਾ ਦੁਬਾਰਾ ਸ਼ੁਰੂ ਹੋਵੇਗੀ। ਸੋ ਸਤਿਕਾਰਯੋਗ ਸਾਧ ਸੰਗਤ, ਹੁਣ ਕਿਉਂਕਿ ਤਿਆਰੀ ਕਰਨੀ ਹੈ ਸੰਗਤ ਨੇ ਕੱਲ੍ਹ ਦੇ ਅਖੰਡ ਪਾਠਾਂ ਦੀ, ਇਸ ਲਈ ਇੱਥੇ ਸਮਾਪਤੀ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।